ਅਗਰ ਅੱਜ ਤੁਹਾਨੂੰ ਵਾਪਸ ਬੁਲਾਉਣ, ਬਾਦਲ ਸਾਹਿਬ ਆ ਜਾਣ ਤੁਹਾਡੇ ਕੋਲ ਵੀ ਨਹੀਂ ਚੰਨੀ ਜੀ ਚਲੋ ਆ ਜਾਓ ਅਕਾਲੀ ਦਲ 'ਚ ਵਾਪਸ, ਆਉਣਾ ਚਾਹੋਗੇ? ਮੈਂ ਤਾਂ ਜੀ ਘਰ ਬਹਿਣਾ ਮਨਜ਼ੂਰ ਆ। ਜਿਹੜੀ ਪਾਰਟੀ ਨੇ ਇੱਕ ਵਾਰੀ ਸਤਿ ਸ੍ਰੀ ਅਕਾਲ ਕਹਿ ਦਿੱਤੀ ਉਹਨੂੰ ਸਤਿ ਸ੍ਰੀ ਅਕਾਲ ਹੀ ਰੱਖਾਂਗੇ, ਉੱਥੇ ਨਹੀਂ ਜੇ ਦੁਬਾਰਾ। ਸਵੇਰੇ ਸੁਖਬੀਰ ਬਾਦਲ ਜੀ ਆਪ ਆ ਜਾਣ ਇੱਥੇ ਤੁਹਾਨੂੰ ਲੈਣ ਲਈ? ਪਹਿਲੀ ਤਾਂ ਗੱਲ ਉਹਨਾਂ ਨੇ ਆਣਾ ਨਹੀਂ ਆ, ਦੂਜੀ ਗੱਲ ਮੈਂ ਜਾਣਾ ਨਹੀਂ ਆ। ਦੋਸਤੋ ਮੈਂ ਮਾਨਯਵਰ ਸੰਦੀਪ ਫਿਰ ਤੋਂ ਇੱਕ ਵਾਰੀ ਪੋਲ ਖੋਲ ਟੀਵੀ ਵੱਲੋਂ ਹਾਜ਼ਰ ਹੋਇਆ ਵਾਂ ਔਰ ਅੱਜ ਮੈਂ ਇੱਕ ਐਸੀ ਸ਼ਖਸੀਅਤ ਨੂੰ ਤੁਹਾਡੇ ਕੋਲ ਲੈ ਕੇ ਆਇਆ ਵਾਂ ਜਿਨ੍ਹਾਂ ਦਾ ਜੀਵਨ ਬੇਦਾਗ ਹੈ ਔਰ ਉਹਨਾਂ ਨੇ ਰਾਜਨੀਤੀ ਕਰਦੇ ਹੋਏ ਇਸ ਜਲੰਧਰ ਸ਼ਹਿਰ ਦੀ ਬੜੀ ਸੇਵਾ ਕੀਤੀ ਹੈ। ਇੰਡਸਟਰੀਜ਼ ਵੀ ਨੇ, ਵੱਡੀ ਗੱਲ ਹੈ ਵੱਡੇ ਬਾਦਲ ਸਾਹਿਬ ਨਾਲ ਕੰਮ ਕੀਤਾ, ਛੋਟੇ ਬਾਦਲ ਸਾਹਿਬ ਨਾਲ ਖੜਕ ਗਈ ਤੇ ਰਾਜਨੀਤੀ ਤੋਂ ਉਹਨਾਂ ਵੱਲੋਂ ਅਲੱਗ ਹੋ ਗਏ ਤੇ ਮੇਰੀ ਜਿਨ੍ਹਾਂ ਨੂੰ ਪਿਆਰ ਨਾਲ ਲੋਕੀ ਚੰਨੀ ਭਾਜੀ ਕਹਿੰਦੇ ਨੇ, ਮੇਰੀ ਮੁਰਾਦ ਹੈਗੀ ਹੈ ਗੁਰਚਰਨ ਸਿੰਘ ਚੰਨੀ ਜੀ। ਚੰਨੀ ਜੀ ਬਹੁਤ ਬਹੁਤ ਸਵਾਗਤ ਹੈ ਸਾਡਾ ਇਸ ਸ਼ੋਅ ਦੇ ਵਿੱਚ ਤੁਹਾਡਾ। ਧੰਨਵਾਦ ਜੀ। ਪਹਿਲੇ ਮੇਰੇ ਵੱਲੋਂ ਤੁਹਾਡੇ ਸਾਰੇ ਪੋਲ ਖੋਲ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸ਼ੁਭ ਇਛਾਵਾਂ। ਚੰਨੀ ਜੀ ਕੁਝ ਸਾਨੂੰ ਆਪਣੇ ਰਾਜਨੀਤਿਕ ਕੈਰੀਅਰ ਦੇ ਬਾਰੇ ਦੱਸੋ ਵੀ ਕਿੱਦਾਂ ਰਾਜਨੀਤੀ 'ਚ ਤੁਹਾਡੀ ਐਂਟਰੀ ਹੋਈ ਤੇ ਕਿੱਦਾਂ ਇਹ ਸਫ਼ਰ ਚੱਲਿਆ, ਸਿਲਸਿਲਾ ਚੱਲਿਆ? ਬੜੀ ਲੰਬੀ ਸਟੋਰੀ ਹੈ ਜੀ। ਜਦੋਂ ਅਸੀਂ ਆਪਣੇ ਬਿਜ਼ਨਸ ਦੇ ਵਿੱਚ ਕੰਸਟਰੇਟ ਕਰਦੇ ਸੀ ਉਦੋਂ ਜਲੰਧਰ ਸ਼੍ਰੀ ਗੁਰਦਿਆਲ ਸੈਣੀ ਐਮਐਲਏ ਹੁੰਦੇ ਸੀ, ਉਹਨਾਂ ਨਾਲ ਮੇਰਾ ਥੋੜ੍ਹਾ ਬਹੁਤਾ ਪਿਆਰ ਸੀਗਾ। ਉਹਨਾਂ ਨੇ ਮੈਨੂੰ ਨਾ ਇੱਕ ਦਿਨ ਕਹਿਣ ਲੱਗੇ, ਚੰਨੀ ਤੁਸੀਂ ਪੋਲੀਟਿਕਸ ਕਿਉਂ ਨਹੀਂ ਆਉਂਦੇ? ਕਿਉਂਕਿ ਸਾਡੇ ਨਾ 15-20 ਦੋਸਤਾਂ ਦਾ ਗਰੁੱਪ ਹੁੰਦਾ ਸੀ ਓਕੇ ਤੇ ਸਾਨੂੰ ਇਹ ਬੜੀ ਫਖਰ ਨਾਲ ਅਸੀਂ ਕਹਿ ਸਕਦੇ ਹਾਂ 15-20 ਜਿਹੜੇ ਦੋਸਤ ਸੀ ਨਾ ਅਸੀਂ ਸ਼ਹਿਰ ਦੇ ਵਿੱਚ ਸਾਰੇ ਹੀ ਮਤਲਬ ਤੇਜ਼ ਤਰਾਰ ਸੀਗੇ, ਮੇਰੇ ਤੋਂ ਇਲਾਵਾ ਮੈਂ ਨਹੀਂ ਉਹਨਾਂ ਤੇਜ਼ ਤਰਾਰ ਸੀ ਤੇ ਬਾਕੀ ਜਿਹੜੇ ਸੀ ਨਾ ਸਾਰੇ ਪਿਓਰਲੀ ਟੀ ਟੋਟਲ ਸੀਗੇ। ਓਕੇ, ਕੋਈ ਵੀ ਇੱਦਾਂ ਸ਼ਰਾਬ ਦਾ ਜਾਂ ਨਸ਼ੇ ਦਾ ਕੋਈ ਸੇਵਨ ਨਹੀਂ ਸੀ ਕਰਦਾ ਹੁੰਦਾ। ਤੇ ਉਹ ਗੁਰਦਿਆਲ ਸੈਣੀ ਜੀ ਸਾਨੂੰ ਕਹਿਣ ਲੱਗੇ ਤੁਸੀਂ ਪੋਲੀਟਿਕਸ ਕਿਉਂ ਨਹੀਂ ਆਉਂਦੇ? ਮੈਂ ਕਹਿੰਦਾ ਜੀ ਅਸੀਂ ਕੀ ਲੈਣਾ। ਮੈਨੂੰ ਉਹਨਾਂ ਨੇ ਨਾ ਫਿਰ ਆਪਣੇ ਕਿਸਾਨ ਵਿੰਗ ਦਾ ਪ੍ਰਧਾਨ ਬਣਾ ਦਿੱਤਾ ਓਕੇ, ਕਾਂਗਰਸ ਦਾ। ਅੱਛਾ ਜੀ। ਬਸ ਥੋੜ੍ਹੇ ਸਾਲ ਰਹੇ ਉਹਨਾਂ ਨਾਲ, ਫਿਰ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਬਲੂ ਸਟਾਰ ਆਪਰੇਸ਼ਨ ਹੋ ਗਿਆ। ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਤਾਂ ਮਨ ਦੇ ਵਿੱਚ ਕਾਂਗਰਸ ਪ੍ਰਤੀ ਇੱਕ ਬੜੀ ਰੋਸ ਸੀ, ਨਫ਼ਰਤ ਸੀ। ਪਰ ਮੈਂ ਕਿਸੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਕਿਉਂਕਿ ਅਸੀਂ ਕੋਈ ਇੰਨੇ ਇੰਪੋਰਟੈਂਟ ਨਹੀਂ ਸੀ ਵੀ ਅਸਤੀਫਾ ਦੇ ਕੇ ਤਾਂ ਹਾਈਲਾਈਟ ਕਰਦੇ ਆਪਣੇ ਆਪ ਨੂੰ, ਕੋਈ ਅਸੀਂ ਜੂਨੀਅਰ ਜੇ ਬੰਦੇ ਸੀਗੇ। ਬਸ ਉਹ ਫਿਰ ਚੁੱਪ ਜੇ ਹੋ ਗਏ, ਸਾਇਲੈਂਟ ਹੋ ਗਏ। ਫਿਰ ਉਸ ਤੋਂ 5-7 ਸਾਲ ਚੁੱਪ ਰਹੇ। ਅੱਤਵਾਦ ਦਾ ਦੌਰ ਸੀਗਾ, ਉਦੋਂ ਆਪਣੇ ਬਿਜ਼ਨਸ 'ਤੇ ਕੰਸਟਰੇਟ ਕਰੀਦਾ ਸੀ ਤੇ ਬਿਜ਼ਨਸ ਵੀ ਜਿਹੜਾ ਉਦੋਂ ਬੜੇ ਡਰ ਕੇ ਤੇ ਮਤਲਬ ਹਾਲਾਤ ਇੱਦਾਂ ਦੇ ਸੀ ਵੀ ਹਰ ਵੇਲੇ ਜਾਨ ਟੰਗੀ ਹੁੰਦੀ ਸੀ। ਤੇ ਫਿਰ ਕੁਝ ਸਾਲਾਂ ਬਾਅਦ ਜਲੰਧਰ ਵਿੱਚ ਸਰ ਸਰੂਪ ਸਿੰਘ ਜੀ ਬੜੇ ਵੱਡੇ ਅਕਾਲੀ ਲੀਡਰ ਸਨ, ਉਹਨਾਂ ਦੇ ਸੰਪਰਕ 'ਚ ਆਏ ਤੇ ਬਿਜ਼ਨਸ ਦੇ ਵਿੱਚ ਕਈ ਵਾਰੀ ਕਈ ਅਫਸਰਾਂ ਮਤਲਬ ਹਿਊਮਿਲੇਸ਼ਨ ਸਹਿਣੀ ਪੈਂਦੀ ਸੀ। ਓਕੇ, ਕਈ ਅਫਸਰ ਨਾ ਮਤਲਬ ਰਿਸ਼ਵਤਾਂ ਵੀ ਲੈਂਦੇ ਸੀ ਤੇ ਹਿਊਮਿਲੇਟ ਵੀ ਕਰਦੇ ਸੀ। ਉਹ ਜਦੋਂ ਫਿਰ ਅਣਖ ਜਾਗੀ ਤੇ ਇੱਕ ਅੱਧੀ ਵਾਰੀ ਕਿਸੇ ਅਫਸਰ ਨਾਲ ਤੂੰ ਮੈਂ ਵੀ ਹੋ ਗਈ ਤੇ ਫਿਰ ਅਸੀਂ ਸੋਚਿਆ ਵੀ ਜਿਹੜਾ ਅਸੀਂ ਸਮਾਜ 'ਚ ਰਹਿੰਦੇ ਆ ਨਾ, ਉਦੋਂ ਤਾਂ ਘੱਟ ਜ਼ਰੂਰਤ ਹੁੰਦੀ ਸੀ, ਅੱਜ ਇਹਦੀ ਬਹੁਤ ਜ਼ਰੂਰਤ ਹੈ। ਪਰ ਮੈਂ ਉਦੋਂ ਹੀ ਇਹ ਜ਼ਰੂਰਤ ਮਹਿਸੂਸ ਕੀਤੀ ਸੀ ਵੀ ਤੁਸੀਂ ਜਿਹੜੇ ਇਸ ਸਮਾਜ ਦੇ ਵਿੱਚ ਰਹਿਣਾ ਨਾ ਤੇ ਤੁਹਾਨੂੰ ਕਿਸੇ ਨਾ ਕਿਸੇ ਆਰਗੇਨਾਈਜੇਸ਼ਨ ਦੇ ਨਾਲ ਜੁੜ ਕੇ ਰਹਿਣਾ ਰਹੇਗਾ ਪਿਆ। ਤੇ ਬਾਪੂ ਸਰੂਪ ਸਿੰਘ ਹੋਣੀ ਸਾਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸੀ ਤੇ ਉਹਨਾਂ ਨਾਲ ਸਾਡੀ ਸੰਪਰਕ 'ਚ ਆਏ ਤੇ ਉਹਨਾਂ ਨੇ ਸਾਨੂੰ ਸ਼੍ਰੋਮਣੀ ਅਕਾਲੀ ਦਲ 'ਚ ਐਕਟਿਵ ਕਰ ਦਿੱਤਾ। ਉਦੋਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਅੱਜ ਉਹਨੂੰ ਆਪਣੇ ਆਪ ਨੂੰ ਕਨਵਰਟ ਕਰਕੇ ਉਹਨਾਂ ਨੇ ਅਕਾਲੀ ਦਲ ਬਾਦਲ ਕਰ ਲਿਆ ਹੋਇਆ। ਮੈਂ ਤਾਂ ਕਹਾਂਗਾ ਉਹਨਾਂ ਨੇ ਆਪਣਾ ਸ਼੍ਰੋਮਣੀ ਜਿਹੜਾ ਲਫ਼ਜ਼ ਸੀ ਨਾ ਉਹਨੂੰ ਤਿਲਾਂਜਲੀ ਦੇ ਦਿੱਤੀ, ਉਹਨੂੰ ਕੁਰਬਾਨੀ ਦੇ ਕੇ ਤੇ ਉਹਨੂੰ ਅਕਾਲੀ ਦਲ ਬਾਦਲ ਬਣਾ ਕੇ ਰੱਖ ਦਿੱਤਾ। ਫਿਰ ਅਸੀਂ ਬਾਪੂ ਸਰੂਪ ਸਿੰਘ ਦੇ ਸੰਪਰਕ 'ਚ ਆਏ, ਐਕਟਿਵ ਹੋ ਗਏ। ਫਿਰ ਉਹ ਇੱਕ ਰੈਲੀ ਰੱਖੀ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਦੇ ਵਿੱਚ, ਜਦੋਂ ਸਰ ਬੇਅੰਤ ਸਿੰਘ ਜੀ ਚੀਫ ਮਿਨਿਸਟਰ ਹੁੰਦੇ ਸੀਗੇ। ਤੇ ਸਰ ਬੇਅੰਤ ਸਿੰਘ ਜੀ ਜਿਹੜੇ ਸੀ ਉਹ ਬੜੇ ਮਤਲਬ ਪੋਲੀਟਿਕਸ ਜਿਹੜੀ ਸੀ ਡੰਡੇ ਦੀ ਪੋਲੀਟਿਕਸ ਕਰਦੇ ਸੀ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਬੈਨ ਕਰ ਦਿੱਤੀ। ਤੇ ਮੈਨੂੰ ਕਿਹੜੇ ਸਾਲ ਦੀ ਗੱਲ? ਇਹ 1994 ਦੀ ਗੱਲ ਹੈ, ਅਕਤੂਬਰ ਦੇ ਮਹੀਨੇ 'ਚ ਮੈਨੂੰ ਯਾਦ ਆ। ਉਹਨਾਂ ਨੇ ਜੋ ਰੈਲੀ ਬੈਨ ਕਰ ਦਿੱਤੀ ਤਾਂ ਸਰ ਸਰੂਪ ਸਿੰਘ ਜੀ ਮੈਨੂੰ ਕਹਿਣ ਲੱਗੇ, ਚੰਨੀ ਅਸੀਂ ਵੀ ਹੋਰ ਵੀ ਸਾਥੀ ਸੀਗੇ
ਵੀ ਅਸੀਂ ਬਾਦਲ ਸਾਹਿਬ ਨੂੰ ਤੇ ਟੋਰਾ ਸਾਹਿਬ ਨੂੰ ਵੀ ਜਲੰਧਰ ਵਿੱਚ ਕਿਤੇ ਅੰਡਰਗਰਾਉਂਡ ਕਰ ਦਈਏ, ਕਿਉਂਕਿ ਜੇ ਇਹਨਾਂ ਰੈਲੀ ਬੈਨ ਕਰ ਦਿੱਤੀ ਹੈ ਨਾ Okay. ਤੇ ਪੱਕੀ ਗੱਲ ਰਾਤ ਨੂੰ ਅਰੈਸਟ ਵੀ ਕਰ ਲੈਣਗੇ। ਠੀਕ ਹੈ। ਤੇ ਉਦੋਂ ਫਿਰ ਵਿਚਾਰ ਹੋਣ ਲੱਗੀ ਕਿੱਦਾਂ ਕਰੀਏ। ਤੇ ਮੈਂ ਫਿਰ ਆਫਰ ਦਿੱਤਾ, ਮੈਂ ਕਿਹਾ ਜੀ ਮੈਂ ਬੜਾ ਜੂਨੀਅਰ ਜਿਹਾ ਬੰਦਾ ਸੀ ਤੇ ਮੈਂ ਬਾਪੂ ਜੀ ਨੂੰ ਕਿਹਾ, ਬਾਪੂ ਸਰੂਪ ਸਿੰਘ ਉਹਨਾਂ ਨੂੰ, ਵੀ ਜੇ ਤੁਸੀਂ ਠੀਕ ਸਮਝੋ ਤੇ ਬਾਦਲ ਸਾਹਿਬ ਤੇ ਟੋਰਾ ਸਾਹਿਬ ਰਾਤ ਮੇਰੇ ਘਰ ਰੁਕ ਜਾਣ ਅੰਡਰਗਰਾਉਂਡ ਹੋ ਕੇ, ਓਕੇ। ਲੁੱਕ ਕੇ ਮੇਰੇ, ਉਹਨਾਂ ਨੇ ਉਹ ਮੰਨ ਗਏ ਤੇ ਸਾਡੇ ਘਰ ਰਾਤ ਦੋਨੋਂ ਲੀਡਰ ਸਾਹਿਬਾਨ ਸੁੱਤੇ ਤੇ ਅਸੀਂ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਸਵੇਰੇ ਮਤਲਬ ਸਰਕਾਰ, ਕਿਉਂਕਿ ਰੈਲੀ ਸੀਗੀ ਤੇ ਵਰਕਰਾਂ 'ਚ ਬੜਾ ਜੋਸ਼ ਸੀਗਾ, ਪੰਜਾਬ ਦੇ ਲੋਕ ਸਰ ਬੇਅੰਤ ਸਿੰਘ ਦੀ ਸਿਆਸਤ ਤੋਂ ਬਹੁਤ ਦੁਖੀ ਸਨ ਤੇ ਬਾਦਲ ਸਾਹਿਬ ਦੇ ਤੇ ਟੋਰਾ ਸਾਹਿਬ ਦੇ ਲੋਕ ਮਗਰ ਲੱਗੇ ਸੀ, ਉਹਨਾਂ ਨੂੰ, ਉਹਨਾਂ ਦੀ ਅਗਵਾਈ ਮੰਨਦੇ ਸੀ। ਫਿਰ ਉਹ ਸਵੇਰੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ, ਚਲੋ ਕਰਦੇ ਕਰਾਉਂਦੇ ਜੀ ਅਸੀਂ ਉਹਨਾਂ ਨੂੰ, ਬਾਦਲ ਸਾਹਿਬ ਨੂੰ ਤੇ ਟੋਰਾ ਸਾਹਿਬ ਨੂੰ ਅਸੀਂ ਗੁਰਦੁਆਰਾ ਸੈਂਟਰ ਟਾਊਨ ਵਿਖੇ ਜਿਹੜੀ ਅਕਾਲੀ ਦਲ ਦੀ ਕਿਸੇ ਟੈਂਪਰੇਰੀ ਮੀਟਿੰਗ ਉੱਥੇ ਰੱਖੀ ਸੀ, ਰੈਲੀ ਹੋਣ ਤੋਂ ਬੰਦ ਹੋਣ, ਬੈਨ ਹੋਣ ਤੋਂ ਬਾਅਦ ਉੱਥੇ ਫਿਰ ਅਸੀਂ ਬਾਦਲ ਸਾਹਿਬ ਨੂੰ ਤੇ ਟੋਰਾ ਸਾਹਿਬ ਨੂੰ ਪਹੁੰਚਾਇਆ। ਭਾਵੇਂ ਟੋਰਾ ਸਾਹਿਬ ਨੂੰ ਅਸੀਂ ਥੋੜ੍ਹਾ ਜਲਦੀ ਨਾਲ ਪਹੁੰਚਾਤਾ ਉੱਥੇ, ਪਰ ਬਾਦਲ ਸਾਹਿਬ ਨੂੰ ਜਦੋਂ ਲੈ ਕੇ ਜਾ ਰਹੇ ਸੀ ਤਾਂ ਉਦੋਂ ਪੁਲਿਸ ਵੱਲੋਂ ਧੱਕਾ ਮੁੱਕੀ ਵੀ ਕੀਤੀ ਗਈ। ਇੱਕ ਪੁਲਿਸ ਅਫਸਰ ਵੱਲੋਂ ਬਾਦਲ ਸਾਹਿਬ ਨੂੰ ਕਾਲਰ ਤੋਂ ਹੀ ਫੜਿਆ ਗਿਆ, ਪਰ ਅਸੀਂ ਉੱਥੇ ਬੜੇ ਡਟ ਕੇ ਪੁਲਿਸ ਦੀਆਂ ਡਾਂਗਾਂ ਦਾ ਮੁਕਾਬਲਾ ਕੀਤਾ ਤੇ ਅਲਟੀਮੇਟਲੀ ਸਾਨੂੰ 7-8 ਬੰਦਿਆਂ ਨੂੰ ਜਲੰਧਰ 'ਚੋਂ ਬਾਦਲ ਸਾਹਿਬ ਟੋਰਾ ਸਾਹਿਬ ਦੇ ਨਾਲ, ਅਸੀਂ ਵੀ ਬੜੇ ਜੂਨੀਅਰ ਜੇ ਸੀਗੇ, ਸਾਨੂੰ ਵੀ ਅਰੈਸਟ ਕਰ ਲਿਆ। ਤੇ ਉਸ ਤੋਂ ਬਾਅਦ ਸਾਡਾ ਇਹ ਪੋਲੀਟੀਕਲ ਸਫ਼ਰ ਫਿਰ ਅਕਾਲੀ ਦਲ 'ਚ ਇੱਦਾਂ ਸ਼ੁਰੂ ਹੋਇਆ, ਕਿਉਂਕਿ ਜਦੋਂ ਇਸ ਮੌਕੇ ਅਸੀਂ, ਜਦੋਂ ਪਾਰਟੀ ਲਈ ਔਖੀ ਘੜੀ ਹੁੰਦੀ ਹੈ ਤੇ ਜੋ ਡਟ ਕੇ ਬੰਦਾ ਨਾਲ ਖੜਾ ਹੋ ਜਾਵੇ ਤੇ ਪਾਰਟੀ ਦੇ ਲੀਡਰ ਵੀ ਤੁਹਾਨੂੰ ਫਿਰ ਸਤਿਕਾਰ ਕਰਦੇ, ਤੁਹਾਨੂੰ ਪਿਆਰ ਕਰਨ ਲੱਗ ਪੈਂਦੇ ਨੇ। ਬਾਪੂ ਸਰੂਪ ਸਿੰਘ ਦੇ ਅਸੀਂ ਸੰਪਰਕ ਸੀਗੇ, ਫਿਰ ਅਸੀਂ ਬਾਦਲ ਸਾਹਿਬ ਦੇ ਸੰਪਰਕ 'ਚ ਆ ਗਏ। ਬਾਦਲ ਸਾਹਿਬ ਨੇ ਵੀ ਜਲੰਧਰ ਜਦੋਂ ਆਉਣਾ ਤੇ ਕਦੀ ਨਾ ਕਦੀ ਸਾਡੇ ਘਰ ਵੀ ਚੱਕਰ ਮਾਰਨਾ, ਅਸੀਂ ਵੀ ਉਹਨਾਂ ਦੇ ਸਤਿਕਾਰ ਵਜੋਂ ਕੋਈ ਮੀਟਿੰਗ ਦੇ ਬਹਾਨੇ ਜਾਂ ਕਿਸੇ ਤਰੀਕੇ ਸਾਡੇ ਘਰ ਵੀ ਉਹਨਾਂ ਨੇ ਖਾਣਾ ਖਾ ਲੈਣਾ, ਜਾਂ ਮਤਲਬ ਅਸੀਂ ਖੁਸ਼ ਹੋ ਕੇ ਉਹਨਾਂ ਨੂੰ ਆਪਣੇ ਘਰ ਸਤਿਕਾਰ ਵਜੋਂ ਬੁਲਾਉਂਦੇ ਸੀ। ਤੇ ਇਸੇ ਤਰ੍ਹਾਂ ਫਿਰ ਹੌਲੀ ਹੌਲੀ 1997 ਸਰਕਾਰ ਬਣ ਗਈ। ਸਰਕਾਰ ਬਣਨ ਤੋਂ ਬਾਅਦ 2002 ਤੱਕ ਸਰਕਾਰ ਰਹੀ ਤੇ ਹੌਲੀ ਹੌਲੀ ਸਾਡਾ ਵੀ ਜਿਹੜਾ ਪੋਲੀਟੀਕਲ ਸਫ਼ਰ ਅੱਗੇ ਵੱਧਦਾ ਗਿਆ। ਪਹਿਲੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹੁੰਦੇ ਸੀ, ਫਿਰ ਮੈਨੂੰ ਸਰ ਸਰੂਪ ਸਿੰਘ ਉਹਨਾਂ ਨੇ ਜਨਰਲ ਸੈਕਟਰੀ ਬਣਾ ਦਿੱਤਾ। ਪਰ ਇੱਦਾਂ ਕਰਦੇ ਕਰਾਉਂਦੇ 2002 ਦਾ ਵੀ ਸਫ਼ਰ ਲੰਘ ਗਿਆ। 2002 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤਾਂ 2002 ਦੀ ਜਿਹੜੀ ਸਰਕਾਰ ਬਣੀ ਸੀ ਉਹਦੇ ਵਿੱਚ ਜਲੰਧਰ ਸ਼੍ਰੋਮਣੀ ਅਕਾਲੀ ਦਲ ਦਾ ਹੈੱਡ ਆਫਿਸ ਬਣਿਆ, ਓਕੇ, ਇਲੈਕਸ਼ਨ ਦੇ ਸੰਬੰਧ ਵਿੱਚ। ਉਹਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਇੰਚਾਰਜ ਸਨ ਤੇ ਸਾਨੂੰ ਵੀ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਸ ਇਲੈਕਸ਼ਨ 'ਚ ਮੈਂ ਕੰਮ ਕੀਤਾ ਤੇ ਕੰਮ ਦੇ ਨਾਲ ਨਾਲ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਜਿਹੜੇ ਉਹਦੇ ਉਹ ਕਾਂਡ ਸੀਗੇ, ਚਾਹੇ ਉਹ ਇੱਕ ਲੇਡੀ ਪਾਇਲਟ ਦਾ ਕਾਂਡ ਸੀ, ਚਾਹੇ ਇਹਨਾਂ ਦੇ ਬੈਂਕ ਦੇ ਫਰਾਡ ਜਿਹੜੇ ਸੀਗੇ, ਉਦੋਂ ਮੈਨੂੰ ਯਾਦ ਹੈ ਟੇਗ ਮੈਗਾਰਡਸ ਨਾਂ ਦੀ ਇੱਕ ਫਰਮ ਸੀ ਇਹਨਾਂ ਦੀ, ਉਹਦੇ ਬੈਂਕ ਦਾ ਬੜਾ ਵੱਡਾ ਲੋਨ ਸੀ ਤੇ ਇੱਦਾਂ ਇੱਕ ਦੋ ਹੋਰ ਸੀਗੇ, ਉਹਦੀਆਂ ਮੈਂ ਪ੍ਰੈਸ ਕਾਨਫਰੰਸ ਕੀਤੀਆਂ ਸੀਗੀਆਂ ਵੀ ਲੋਕਾਂ ਨੂੰ ਹਾਈਲਾਈਟ ਕਰਨ ਲਈ। ਉਹਦੇ ਰੋਸ ਗੁੱਸੇ ਵਜੋਂ ਮੈਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ 2003 ਦੇ ਵਿੱਚ ਮੈਨੂੰ 2002 'ਚ ਮੈਨੂੰ ਇਹਨਾਂ ਨੇ ਇੱਕ ਝੂਠੇ ਕੇਸ 'ਚ ਫਸਾ ਕੇ ਤੇ ਅਰੈਸਟ ਕਰ ਲਿਆ। ਪਰ ਮੈਂ ਘਬਰਾਇਆ ਨਹੀਂ, ਬਾਦਲ ਸਾਹਿਬ ਵੱਲੋਂ ਵੀ ਸਾਨੂੰ ਪੂਰੀ ਸਪੋਰਟ ਮਿਲੀ, ਮੇਰੇ ਘਰਦਿਆਂ ਦੀ ਮੈਨੂੰ ਪੂਰੀ ਸਪੋਰਟ ਮਿਲੀ ਤੇ ਕਿਉਂਕਿ ਝੂਠਾ ਕੇਸ ਸੀਗਾ। ਉਸ ਕੇਸ ਦੇ ਵਿੱਚ ਜਿਹੜੀ ਪੁਲਿਸ ਨੇ FIR ਲਿਖੀ ਤੇ ਉਸ ਤੋਂ ਬਾਅਦ ਜੋ ਚਲਾਨ ਪੇਸ਼ ਕੀਤਾ, ਉਹ ਚਲਾਨ ਜਿਹੜਾ ਸੀ ਉਹ ਮੈਜਿਸਟ੍ਰੇਟ ਸਾਹਿਬ ਨੇ ਅਸੈਪਟ ਨਹੀਂ ਕੀਤਾ। ਮਤਲਬ ਮੇਰੇ ਤੇ ਜਿਹੜੇ ਚਾਰਜਿਸ ਫਰੇਮ ਹੋਣੇ ਸੀ ਉਹ ਕੋਰਟ ਨੇ ਚਾਰਜਿਸ ਹੀ ਫਰੇਮ ਨਹੀਂ ਹੋਣ ਦਿੱਤੇ। ਮੈਨੂੰ ਉਹਨਾਂ ਨੇ ਬਿਨਾਂ ਮੇਰੇ ਖਿਲਾਫ ਕੋਈ ਕਾਰਵਾਈ ਸੁਣੇ ਮੈਨੂੰ ਉਹਨਾਂ ਨੇ ਡਿਸਚਾਰਜ ਕਰਤਾ ਉਸ ਕੇਸ ਦੇ ਵਿੱਚੋਂ। ਮੈਨੂੰ ਬਾਇਜ਼ਤ ਬਰੀ ਹੋਣਾ ਅਲੱਗ ਹੁੰਦਾ ਵੀ ਕੇਸ ਚੱਲ ਕੇ ਬਰੀ ਹੋਇਆ, ਮੇਰੇ ਖਿਲਾਫ ਚਾਰਜਿਸ ਹੀ ਨਹੀਂ ਫਰੇਮ ਕਰ ਸਕੀ ਪੁਲਿਸ ਤੇ ਮੈਨੂੰ ਜੱਜ ਸਾਹਿਬ ਨੇ ਉਹਦੇ 'ਚ ਡਿਸਚਾਰਜ ਕਰ ਦਿੱਤਾ। ਤੇ ਸਾਡੇ ਮਨ ਦੇ ਵਿੱਚ ਬੜਾ ਗੁੱਸਾ ਸੀ ਇਸ ਗੱਲ ਦਾ। ਉਹਨਾਂ ਨੇ ਤਾਂ ਸਾਨੂੰ ਸਾਡੀ ਆਵਾਜ਼ ਦਬਾਉਣ ਲਈ ਸਾਨੂੰ ਕੀਤਾ ਸੀ ਵੀ ਦਬਾ ਦਿਆਂਗੇ, ਪਰ ਸਾਨੂੰ ਉਹ ਜਿਹੜਾ ਸੀ ਉਹਦੇ ਨਾਲ ਸਾਡੇ ਮਨ 'ਚ ਗੁੱਸਾ ਹੋਰ ਵੱਧ ਗਿਆ ਤੇ ਅਸੀਂ ਪਾਰਟੀ ਲਈ ਹੋਰ ਸਿਰਦਰਦੀ, ਮਤਲਬ
ਸਿਰੇ ਨਾਲ ਕੰਮ ਸ਼ੁਰੂ ਕਰਨਾ ਸ਼ੁਰੂ ਕਰਤਾ। ਤੁਸੀਂ ਜਲੰਧਰ ਸ਼ਹਿਰੀ ਦੇ ਪ੍ਰਧਾਨ ਕਦੋਂ ਬਣੇ? ਮੈਂ ਉਸ ਤੋਂ 2 ਸਾਲ ਬਾਅਦ ਫਿਰ ਮੈਨੂੰ ਮੇਰੇ ਐਕਚੁਅਲੀ ਮੈਂ ਵਰਕਿੰਗ ਕਰਦਾ ਸੀ, ਤੇ ਮੈਂ ਜਦੋਂ ਪ੍ਰਧਾਨ ਨਹੀਂ ਸੀ, ਮੇਰੇ ਤੋਂ ਪਹਿਲੇ ਸਰ ਪ੍ਰਤਾਪ ਸਿੰਘ ਐਡਵੋਕੇਟ ਪ੍ਰਧਾਨ ਹੁੰਦੇ ਸੀ, ਪਰ ਮੈਨੂੰ ਹੀ ਪ੍ਰਧਾਨ ਸ਼ਹਿਰ ਦੇ ਵਿੱਚ ਸਾਰੇ ਜਾਣਦੇ ਸੀ। ਭਾਵੇਂ ਉਹ ਪ੍ਰਧਾਨ ਸੀਗੇ, ਮੈਂ ਉਹਨਾਂ ਨਾਲ ਮੇਰਾ ਉਹਨਾਂ ਨੇ ਆਪਣੇ ਸੈਕੰਡ ਪੋਸਟ ਸੈਕਟਰੀ ਜਨਰਲ ਬਣਾਇਆ ਸੀ, ਤੇ ਜਲੰਧਰ ਦਾ ਸਾਰਾ ਕੰਮਕਾਜ ਚਲਾਉਣ ਦੇ ਵਿੱਚ ਸਰ ਪ੍ਰਤਾਪ ਸਿੰਘ ਦਾ ਮੈਂ ਬੜਾ ਵੱਡਾ ਸਹਿਯੋਗ ਕਰਦਾ ਸੀ। ਤੇ ਉਹ ਸਾਡੇ ਬਜ਼ੁਰਗ ਸੀਗੇ, ਤੇ ਅਸੀਂ ਉਹਨਾਂ ਨਾਲ ਸਹਿਯੋਗ ਇੱਦਾਂ ਕਰਦੇ ਸੀ, ਸਾਰੀ ਐਡਮਿਨਿਸਟ੍ਰੇਸ਼ਨ ਸਮਝ ਲਓ ਵੀ ਮੈਨੂੰ ਹੀ ਜ਼ਿਲ੍ਹਾ ਪ੍ਰਧਾਨ ਸਮਝਦੀ ਹੁੰਦੀ ਸੀ। ਫਿਰ ਉਸ ਤੋਂ ਬਾਅਦ ਸਰ ਪ੍ਰਤਾਪ ਸਿੰਘ ਨੇ ਪਾਰਟੀ ਛੱਡ ਗਏ, ਤਾਂ ਮੈਨੂੰ ਸਰ ਬਾਦਲ ਸਾਹਿਬ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਤਾ। ਮੈਂ ਫਿਰ ਉੱਥੇ ਉਦੋਂ ਬੜੀ ਲਗਨ ਨਾਲ ਮਿਹਨਤ ਨਾਲ ਕੰਮ ਕੀਤਾ, ਤੇ ਜਿੰਦੇ ਬਾਅਦ ਫਿਰ ਜਦੋਂ 2007 ਆ ਗਿਆ, 2007 ਦੀਆਂ ਇਲੈਕਸ਼ਨਾਂ ਦੇ ਵਿੱਚ 2007 ਤੋਂ ਪਹਿਲੇ ਇੱਕ ਪਾਰਲੀਮੈਂਟ ਇਲੈਕਸ਼ਨ ਆਈ। ਉਸ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਪੰਜਾਬ ਦਾ ਜਿਹੜਾ ਸਾਰੇ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਬੀਜੇਪੀ ਦਾ ਇਲੈਕਸ਼ਨ ਦਫ਼ਤਰ ਸੀ ਜਲੰਧਰ 'ਚ ਖੁੱਲ੍ਹਿਆ। ਬੀਜੇਪੀ ਨੇ ਆਪਣਾ ਖੋਲ੍ਹਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਖੋਲ੍ਹਿਆ, ਤੇ ਉਹਦੇ ਵਿੱਚ ਮੈਨੂੰ ਬਤੌਰ ਇੰਚਾਰਜ ਕੰਮ ਕਰਨ ਦਾ ਮੌਕਾ ਮਿਲਿਆ। ਤੇ ਜਦੋਂ ਤੁਸੀਂ ਕੰਮ ਸਿਰ ਨਾਲ ਕਰਦੇ ਹੋ, ਮਿਹਨਤ ਨਾਲ ਕਰਦੇ ਹੋ, ਕਿਉਂਕਿ ਪਾਰਟੀਆਂ ਦੇ ਵਿੱਚ ਵਰਕਰ ਬਹੁਤ ਹੁੰਦੇ ਨੇ, ਲੀਡਰ ਵੀ ਬਹੁਤ ਹੁੰਦੇ ਨੇ, ਪਰ ਸਿੰਸੀਅਰਲੀ ਕੰਮ ਕਰਨ ਵਾਲੇ ਬੰਦੇ ਬਹੁਤ ਥੋੜ੍ਹੇ ਹੁੰਦੇ ਨੇ। ਜਿਹੜੇ ਸਿੰਸੀਅਰਲੀ ਕੰਮ ਕਰਦੇ ਨੇ, ਉਦੋਂ ਪਾਰਟੀਆਂ ਫਿਰ ਉਹਨਾਂ ਨੂੰ ਮਾਨ ਸਤਿਕਾਰ ਵੀ ਦਿੰਦੀਆਂ ਨੇ। ਮੈਨੂੰ ਵੀ ਪਾਰਟੀ ਨੇ ਮਾਨ ਸਤਿਕਾਰ ਦਿੱਤਾ, ਮੈਨੂੰ ਜ਼ਿਲ੍ਹਾ ਪ੍ਰਧਾਨ ਮਤਲਬ ਕਹਿ ਲਓ ਵੀ 2-3 ਵਾਰੀ ਮੈਨੂੰ ਰਿਪੀਟ ਕੀਤਾ। ਅਸੀਂ ਪੂਰੀ ਸਿਰ ਨਾਲ ਕੰਮ ਕਰਦੇ ਰਹੇ। ਜਦੋਂ 2007 ਦੀ ਸਰਕਾਰ ਬਣੀ ਤਾਂ ਫਿਰ ਮੈਨੂੰ ਪਲੈਨਿੰਗ ਬੋਰਡ ਦਾ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਨ ਦਾ ਮੌਕਾ ਮਿਲਿਆ ਮੈਨੂੰ। ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਹੁੰਦਿਆਂ ਹੋਇਆਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਇਮੇਜ ਨੂੰ ਹਮੇਸ਼ਾ ਸਾਫ਼ ਸੁਥਰਾ ਤੇ ਇੱਕ ਸ਼ਹਿਰ ਦੇ ਵਿੱਚ ਚੰਗੀ ਨੁਮਾਇੰਦਗੀ ਦੇਣ ਵਾਲੀ ਪਾਰਟੀ ਦੇ ਤੌਰ ਤੇ ਕੋਸ਼ਿਸ਼ ਕੀਤੀ, ਜਿਹਦੇ ਵਾਸਤੇ ਮੈਂ ਹਮੇਸ਼ਾ ਹਿੰਦੂ ਸਿੱਖ ਰਿਲੇਸ਼ਨਸ ਦਾ ਕੋਈ ਵੀ ਕਿਸੇ ਵੀ ਵਾਦ ਵਿਵਾਦ 'ਚ ਨਾ ਪੈਣਾ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ, ਤੇ ਸ਼ਾਇਦ ਮੈਂ ਕਹਿ ਸਕਦਾ ਮੈਂ ਇਹਦੇ ਵਿੱਚ ਕਾਮਯਾਬ ਵੀ ਹੋਇਆ। ਤੁਸੀਂ ਵੱਡੇ ਬਾਦਲ ਸਾਹਿਬ ਨਾਲ ਕੰਮ ਕੀਤਾ? ਮੈਂ ਵੱਡੇ ਬਾਦਲ ਸਾਹਿਬ ਨਾਲ ਵੀ ਕੰਮ ਕੀਤਾ। ਵੱਡੇ ਬਾਦਲ ਸਾਹਿਬ ਨਾਲ ਮੇਰਾ ਸਾਡਾ ਬੜਾ ਸਤਿਕਾਰ ਕਰਦੇ ਸੀ, ਸਾਨੂੰ ਪਿਆਰ ਕਰਦੇ ਸੀ। ਵੱਡੇ ਬਾਦਲ ਸਾਹਿਬ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਸੀ ਨਾ, ਉਹ ਬਹੁਤ ਵਧੀਆ ਸੀ। ਵੱਡੇ ਬਾਦਲ ਸਾਹਿਬ ਜਦੋਂ ਕੋਈ ਭਾਵੇਂ ਸਾਡੇ ਵਰਗਾ ਛੋਟਾ ਵਰਕਰ ਵੀ ਸਲਾਹ ਦਿੰਦਾ ਸੀ ਨਾ, ਤੇ ਚੰਗੀ ਸਲਾਹ ਨੂੰ ਮੰਨਦੇ ਸੀ। ਉਹ ਪਹਿਲੇ ਤਾਂ ਉਹ ਗੱਲ ਨੂੰ ਸੁਣਦੇ ਸੀ, ਚੰਗੀ ਸਲਾਹ ਜੇ ਲੱਗਦੀ ਸੀ ਉਹਨੂੰ ਸੁਣਦੇ ਵੀ ਸੀ, ਤੇ ਸੁਣ ਕੇ ਉਹਨੂੰ ਉਹਦੇ ਤੇ ਇੰਪਲੀਮੈਂਟ ਵੀ ਕਰ ਦਿੰਦੇ ਸੀ। ਤੇ ਛੋਟੇ ਬਾਦਲ ਸਾਹਿਬ? ਛੋਟੇ ਬਾਦਲ ਸਾਹਿਬ ਪਹਿਲੇ ਤਾਂ ਸੁਣਦੇ ਨਹੀਂ, ਜੇ ਕੋਈ ਧੱਕੇ ਨਾਲ ਸੁਣਾਵੇ ਉਹ ਮੰਨਦੇ ਨਹੀਂ। ਫਿਰ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਹੋਰ ਹੈ। ਮੈਂ ਤਾਂ ਕਹਾਂਗਾ ਵੀ ਜਦੋਂ ਵੱਡੇ ਬਾਦਲ ਸਾਹਿਬ ਦਾ ਟਾਈਮ ਸੀ, ਉਦੋਂ ਵੱਡੇ ਵੱਡੇ ਲੀਡਰ ਜਿਹੜੇ ਸੀ, ਨਹੀਂ ਛੋਟੇ ਵੀ ਸਾਡੇ ਵਰਗੇ ਛੋਟੇ ਲੀਡਰ ਵੀ ਜਿਹੜੇ ਛੋਟੇ, ਅਸੀਂ ਵਰਕਰ ਹੀ ਲੀਡਰ ਦਾ ਅਸੀਂ ਕਹਿੰਦੇ ਸੀਗੇ, ਵਰਕਰ ਸੀਗੇ ਸਾਡੇ ਵਰਗੇ ਛੋਟੇ ਵਰਕਰ ਵੀ ਜਦੋਂ ਕਿਸੇ ਮੀਟਿੰਗ 'ਚ ਜਾਂ ਕਿਤੇ ਮੌਕੇ 'ਤੇ ਕੋਈ, ਕਿਉਂਕਿ ਮੈਨੂੰ ਬਾਦਲ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਕੰਮ ਕਰਨ ਦਾ ਮੌਕਾ ਮਿਲਿਆ। ਜਦੋਂ ਵੀ ਕਿਸੇ ਬਾਈ ਇਲੈਕਸ਼ਨ ਹੁੰਦੀ ਸੀ, ਚਾਹੇ ਉਹ ਦਿੱਲੀ 'ਚ ਬਾਈ ਇਲੈਕਸ਼ਨ ਹੋਈ, ਚਾਹੇ ਅਜਨਾਲੇ 'ਚ ਹੋਈ, ਚਾਹੇ ਕਪੂਰਥਲੇ ਹੋਈ, ਚਾਹੇ ਕਿਸੇ ਹੋਰ ਵੀ ਜਗ੍ਹਾ 'ਤੇ ਜਦੋਂ ਵੀ ਕਿਤੇ ਇਲੈਕਸ਼ਨ ਹੁੰਦੀ ਸੀ, ਤਾਂ ਉਸ ਆਫਿਸ ਦਾ ਮੈਨੂੰ ਇੰਚਾਰਜ ਬਣਾਇਆ ਜਾਂਦਾ ਸੀ। ਇਹਦੇ ਕਰਕੇ ਮੈਨੂੰ ਬਾਦਲ ਸਾਹਿਬ ਦੇ ਨਾਲ ਇਲੈਕਸ਼ਨਾਂ ਦੇ ਵਿੱਚ, ਕਿਉਂਕਿ ਲੀਡਰ ਸਾਰੇ ਬਿਜ਼ੀ ਹੁੰਦੇ ਨੇ, ਉਦੋਂ ਬਾਦਲ ਸਾਹਿਬ ਦੇ ਨਾਲ ਮੈਨੂੰ ਬੜੀ ਨੇੜੇ ਬਹਿ ਕੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਬਾਦਲ ਸਾਹਿਬ ਸਾਡੀਆਂ ਕਈ ਇੱਦਾਂ ਦੀਆਂ ਸਿਚੁਏਸ਼ਨਸ ਜਿਹੜੀਆਂ ਅਸੀਂ ਆਪਣੇ ਆਪ ਨੂੰ ਬਹੁਤ ਛੋਟਾ ਸਮਝ ਕੇ ਵੀ ਸਿਚੁਏਸ਼ਨਾਂ ਦਿੰਦੇ ਸੀ, ਤੇ ਉਹ ਕਈ ਵਾਰੀ ਉਹਨਾਂ ਨੂੰ ਚੰਗੀਆਂ ਲੱਗਦੀਆਂ ਤੇ ਮੰਨ ਲੈਂਦੇ ਹੁੰਦੇ ਸੀ। ਕੀ ਹੋਇਆ ਕਿ ਬਈ 2007 'ਚ ਸਰਕਾਰ ਆਈ, 12 'ਚ ਰਿਪੀਟ ਹੋਈ, ਇਹ 12 ਤੋਂ ਬਾਅਦ 17 ਦੇ ਦੌਰਾਨ ਐਸਾ ਕੀ ਸਿਨੈਰੀਓ ਚੇਂਜ ਹੋ ਗਿਆ ਕਿ ਉਥਲ ਪੁਥਲ ਹੀ ਹੋ ਗਿਆ? ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਵੀ ਜਿੱਦਾਂ ਬਾਦਲ ਸਾਹਿਬ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਸੀ, 2007 ਤੋਂ ਲੈ ਕੇ 2012 ਤੱਕ ਭਾਵੇਂ ਸਰ ਸੁਖਬੀਰ ਸਿੰਘ ਬਾਦਲ ਵੀ ਵਿੱਚ ਪੋਲਿਟਿਕਸ ਦੇ ਵਿੱਚ ਐਕਟਿਵ ਸੀਗੇ, ਉਸੇ ਦੌਰਾਨ ਹੀ ਉਹ ਡਿਪਟੀ CM ਵੀ ਬਣ ਗਏ, ਪਰ ਉਹ 5 ਸਾਲ ਦੇ ਵਿੱਚ ਜਿਹੜੀ ਸੀ ਨਾ, ਉਹ ਸਰਦਾਰੀ ਜਿਹੜੀ ਸੀ ਨਾ, ਉਹ ਵੱਡੇ ਬਾਦਲ ਸਾਹਿਬ ਕੋਲ ਸੀ। ਬਤੌਰ ਮੁੱਖ ਮੰਤਰੀ, ਉਹ ਬਤੌਰ ਮੁੱਖ ਮੰਤਰੀ ਐਕਚੁਅਲ ਮੁੱਖ ਮੰਤਰੀ ਸੀਗੇ। ਤੇ ਜਦੋਂ 2007 ਤੋਂ ਬਾਅਦ 2012 ਦੀ ਇਲੈਕਸ਼ਨ ਹੋਈ, 2012 ਦੀ ਇਲੈਕਸ਼ਨ ਇੱਕ ਇੱਦਾਂ ਦਾ ਮੌਕਾ ਸੀਗਾ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ BJP ਦਾ ਜਿਹੜਾ ਅਲਾਇੰਸ ਸੀਗਾ, ਉਹ ਇਹ ਸੋਚਣ ਲੱਗ ਪਿਆ ਸੀ
ਵੀ ਸਾਡੀ ਸ਼ਾਇਦ ਸਰਕਾਰ ਨਹੀਂ ਬਣਨੀ, ਪਰ ਕਿਉਂਕਿ ਸਾਰੀਆਂ ਪਾਰਟੀਆਂ ਮਿਹਨਤ ਕਰਦੀਆਂ ਨੇ, ਜ਼ੋਰ ਲਗਾਉਂਦੀਆਂ, ਨਾ ਵੀ ਬਣਨੀ ਹੋਵੇ ਤਾਂ ਵੀ ਜ਼ੋਰ ਲਗਾਉਂਦੇ ਨੇ। ਉਸ ਇਲੈਕਸ਼ਨ ਦੇ ਵਿੱਚ ਕੁਝ ਇੱਦਾਂ ਦੇ ਈਵੈਂਟਸ ਹੋਏ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਲੀਡਰ ਦੇ ਤੌਰ ਤੇ ਇਲੈਕਸ਼ਨ ਲੜੀ, ਤਾਂ ਜੋ ਸਾਨੂੰ ਸੁਣਨ ਚ ਆਇਆ ਵੀ ਉਹਨਾਂ ਨੇ ਆਪਣੇ ਕੁਝ ਕੈਂਡੀਡੇਟਸ ਦੇ ਬਾਰੇ ਕੋਸ਼ਿਸ਼ ਕੀਤੀ ਵੀ ਸਾਡੇ ਕਿਤੇ ਬਹੁਤੇ ਜਿੱਤ ਨਾ ਜਾਣ, ਵੀ ਖਰਾਬ ਕਰਨਗੇ। ਜੋ ਸੁਣਨ ਚ ਆਇਆ, ਆਈ ਮੇ ਬੀ ਰੋਂਗ। ਤੇ ਇੱਕ ਸਾਰ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਉਹਨਾਂ ਨੇ ਇਲੈਕਸ਼ਨ ਲੜੀ। ਮੇਰੀ ਇਹ ਸੋਚ ਆ ਵੀ ਜਿਹੜੀ ਉਹਨਾਂ ਨੇ 5-6% ਵੋਟ ਲਈ ਸੀ ਨਾ, ਉਹ ਸਾਰੀ ਜਿਹੜੀ ਐਂਟੀ ਇਨਕੰਬੈਂਸੀ ਸੀਗੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ, ਉਹ ਉਹਨਾਂ ਨੇ ਕੰਜ਼ਿਊਮ ਕਰ ਲਈ ਤੇ 1.25% ਦੇ ਵੋਟਾਂ ਦੇ ਫਰਕ ਨਾਲ ਸਰਕਾਰ ਬਣੀ। ਉਹ 5-6% ਜਿਹੜੀ ਵੋਟ ਐਂਟੀ ਇਨਕੰਬੈਂਸੀ ਵਾਲੀ ਵੋਟ ਸੀ ਨਾ, ਜਿਹੜੀ ਮੇਰੀ ਐਕਚੁਅਲ ਜਿਹੜੀ ਵੋਟ ਉਦੋਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਤੋਂ ਨਾਰਾਜ਼ ਸੀਗੀ, ਉਹ ਜੇ ਮਨਪ੍ਰੀਤ ਸਿੰਘ ਬਾਦਲ ਨਾ ਖੜੇ ਹੁੰਦੇ ਤਾਂ ਸ਼ਾਇਦ ਉਹ ਕਾਂਗਰਸ ਨੂੰ ਪੈਂਦੀ ਤੇ ਕਾਂਗਰਸ ਦੀ ਸਰਕਾਰ ਬਣ ਜਾਣੀ ਸੀ। ਪਰ ਕਿਉਂਕਿ ਸਾਰ ਮਨਪ੍ਰੀਤ ਸਿੰਘ ਬਾਦਲ ਵਿੱਚ ਆ ਗਏ, ਉਹਦੇ ਕਰਕੇ ਉਹ ਜਿਹੜੀ ਸਰਕਾਰ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਤੇ ਬੀਜੇਪੀ ਦੀ ਸਰਕਾਰ ਬਣ ਗਈ 1.25% ਵੋਟਾਂ ਦੇ ਫਰਕ ਨਾਲ ਸਿਰਫ। 2012 ਤੋਂ 17 ਦੇ ਵਿੱਚ ਬੜੀਆਂ ਸਾਰੀਆਂ ਆਵਾਜ਼ਾਂ ਉੱਠੀਆਂ। ਸਰਦਾਰ ਪ੍ਰਗਟ ਸਿੰਘ ਵੀ ਜਦੋਂ ਅਲੱਗ ਹੋਏ, ਉਹਨਾਂ ਨੇ ਵੀ ਆਪਣਾ ਇੱਕ ਰਾਸ਼ਟਰੀ ਸਤਰ ਦੇ ਨਿਊਜ਼ ਚੈਨਲ 'ਚ ਕਿਹਾ ਕਿ ਸੁਖਬੀਰ ਬਾਦਲ ਜੀ ਨੇ ਬਿਲਕੁਲ ਰਾਜਨੀਤੀ ਆਪਣੀ ਚੇਂਜ ਕਰ ਲਈ ਸੀ, ਡੰਡੇ ਦੀ ਤੇ ਪੈਸੇ ਦੀ ਰਾਜਨੀਤੀ ਸੀ, ਕਲੈਕਸ਼ਨ ਹੋਣ ਲੱਗ ਪਈ ਸੀਗੀ, ਨਸ਼ਿਆਂ ਦਾ ਕੰਮ ਬਹੁਤ ਵੱਧ ਗਿਆ। ਤੁਸੀਂ ਇਹਦੇ ਖਿਲਾਫ ਕਦੀ ਆਵਾਜ਼ ਕਿਉਂ ਨਹੀਂ ਚੱਕੀ? ਮੈਂ ਤੁਹਾਨੂੰ ਦੱਸ ਦਿਆਂ ਵੀ 2007 ਤੋਂ ਬਾਅਦ ਜਿਹੜੀ 2012 ਦੀ ਸਰਕਾਰ ਬਣੀ ਨਾ, ਉਹ ਸਰਕਾਰ ਸਾਰ ਸੁਖਬੀਰ ਸਿੰਘ ਬਾਦਲ ਇਹ ਕਹਿਣ ਲੱਗ ਪਏ ਸਿਰਫ ਮੇਰੀ ਮੈਨੇਜਮੈਂਟ ਕਰਕੇ ਸਰਕਾਰ ਬਣੀ, ਤੇ ਬਹੁਤੇ ਲੀਡਰ ਵੀ ਇਹ ਐਡਮਿਟ ਕਰਨ ਲੱਗ ਪਏ ਵੀ ਸਾਰ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਦੇ ਨਾਲ ਇਹ ਸਰਕਾਰ ਬਣੀ ਹੈ। ਤੇ ਵੱਡੇ ਬਾਦਲ ਸਾਹਿਬ ਨੇ ਇਹ ਸੋਚ ਕੇ ਵੀ ਮੇਰਾ ਪੁੱਤ ਬੜਾ ਹੋਣਹਾਰ ਤੇ ਹੁਸ਼ਿਆਰ ਆ, ਵੀ ਉਹਦੀ ਜਿਹੜੀ ਮੈਨੇਜਮੈਂਟ ਦੇ ਨਾਲ ਸਰਕਾਰ ਬਣ ਗਈ ਆ। ਬਣੀ ਤਾਂ ਉਹ ਜਿਹੜੇ ਤੁਹਾਨੂੰ ਮੈਂ ਰੀਜ਼ਨ ਦੱਸੇ ਉਹਨਾਂ ਕਰਕੇ ਬਣੀ, ਹੋ ਸਕਦਾ ਥੋੜ੍ਹੀ ਬਹੁਤੀ ਮੈਨੇਜਮੈਂਟ ਦਾ ਵੀ ਫਰਕ ਪਿਆ ਹੋਏਗਾ, ਪਰ ਉਹ ਫਿਰ ਸਾਰੀ ਜਿਹੜੀ ਸੀ ਨਾ ਸਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਕਮਾਨ ਆਪਣੇ ਹੱਥ ਸੰਭਾਲ ਲਈ, ਤੇ ਉਹਨੂੰ ਜਿਹੜੀ ਸੀ ਉਸ ਕਮਾਨ ਨੂੰ ਜਿਹੜਾ ਉਸ ਤੀਰ ਕਮਾਨ ਦੀ ਜਿਹੜੀ ਡੋਰ ਸੀ, ਉਹਦੇ ਵਿੱਚ ਇੱਕ ਡੋਰ ਜਿਹੜੀ ਸੀ ਉਹ ਬਣ ਗਈ ਸੀ ਸਾਰ ਬਿਕਰਮ ਸਿੰਘ ਮਜੀਠੀਆ ਜੀ। ਇਹਨਾਂ ਦੋਨਾਂ ਨੇ ਫਿਰ ਉਸ ਤੋਂ ਬਾਅਦ ਪੰਜਾਬ ਦੀ ਪੋਲਿਟਿਕਸ ਨੂੰ ਇੱਕ ਨਵੀਂ ਰੰਗਤ ਦੇਣੀ ਸ਼ੁਰੂ ਕਰ ਦਿੱਤੀ, ਜਿਹੜੀ ਕਿਸੇ ਨਾ ਕਿਸੇ ਸਟੇਜ ਤੇ ਵੀ ਰਾਜਨੀਤਿਕ ਸੇਵਾ ਦੀ ਭਾਵਨਾ ਵਿੱਚ ਥੋੜ੍ਹੀ ਬਹੁਤੀ ਤਾਂ ਸੀਗੀ, ਉਹ ਸਾਰੀ ਭਾਵਨਾ ਜਿਹੜੀ ਸੀ ਨਾ ਉਹ ਖਤਮ ਕਰਕੇ ਤੇ ਉਹਨੂੰ ਵਪਾਰ ਦੀ ਭਾਵਨਾ 'ਚ ਲੈ ਆਂਦਾ। ਨਹੀਂ, ਲੋਕਾਂ ਨੇ ਜਾਂ ਜਿਹੜੇ ਸਾਡੇ ਦੋਸਤ ਹੁੰਦੇ ਨੇ ਜਾਂ ਗਾਈਡਸ ਹੁੰਦੇ ਨੇ ਪਾਰਟੀ ਦੇ ਵਿੱਚ, ਉਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਦੀ ਸਲਾਹ ਨਹੀਂ ਦਿੱਤੀ ਵੀ ਇੰਡਸਟਰੀ ਖਰਾਬ ਹੋ ਰਹੀ ਹੈ, ਦੇਖੋ ਜੀ, ਜਾਂ ਨਸ਼ਿਆਂ ਦਾ ਵਪਾਰ ਵੱਧ ਗਿਆ ਵਾ, ਜਾਂ ਹੋਰ ਪ੍ਰੋਬਲਮਸ ਆ ਰਹੀਆਂ ਨੇ? ਨਹੀਂ, ਲੋਕ ਸਲਾਹ ਦਿੰਦੇ ਸੀ। ਅਸੀਂ ਤਾਂ ਸਾਡੀ ਤਾਂ ਹੈਸੀਅਤ ਨਹੀਂ ਸੀ ਇੰਨੀ ਵੀ ਅਸੀਂ ਸਾਰ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੰਦੇ, ਕਿਉਂਕਿ ਜਦੋਂ ਬੰਦਾ ਕੋਈ ਥੋੜ੍ਹਾ ਬਹੁਤਾ ਕੱਦ ਬੁੱਤ ਵੱਡਾ ਹੋਵੇ ਤਾਂ ਹੀ ਸਲਾਹ ਦੇ ਸਕਦਾ। ਅਸੀਂ ਤਾਂ ਬਹੁਤ ਜੂਨੀਅਰ ਸੀਗੇ। ਪਰ ਮੈਨੂੰ ਯਾਦ ਹੈ ਸਾਰ ਸੁਖਬੀਰ ਸਿੰਘ ਬਾਦਲ ਇੱਕ ਵਾਰੀ 2011 ਦੀ ਸ਼ਾਇਦ ਗੱਲ ਹੈ, ਉਦੋਂ ਵੀ ਥੋੜ੍ਹੀ ਬਹੁਤੀ ਅਕਾਲੀ ਦਲ 'ਚ, ਭਾਵੇਂ 12 ਤੋਂ ਪਹਿਲੇ ਦੀ ਗੱਲ ਹੈ, ਉੱਠਣ ਲੱਗ ਪਈਆਂ ਸੀ। ਉਦੋਂ ਰੇਤਾ ਦੀ ਬਹੁਤ ਮਤਲਬ ਜਿਹੜੀ ਮਸ਼ਹੂਰੀ ਹੋ ਗਈ ਸੀ, ਰੇਤਾ ਦਾ ਮਾਫੀਆ ਜਿਹੜਾ ਬੜਾ ਹਾਵੀ ਹੋ ਗਿਆ ਸੀ। ਤੇ ਸਾਰ ਸੁਖਬੀਰ ਸਿੰਘ ਬਾਦਲ ਸਾਰੇ ਆਪਣੇ MLA ਚਾਹੇ ਉਹ ਜਿੱਤੇ ਹੋਏ ਸੀ ਚਾਹੇ ਹਾਰੇ ਹੋਏ ਸੀ, ਉਹਨਾਂ ਸਾਰਿਆਂ ਨੂੰ ਲੈ ਕੇ ਗੋਆ ਗਏ ਸੀ, ਤੇ ਮੈਨੂੰ ਵੀ ਉਹਦੇ ਵਿੱਚ ਜਾਣ ਦਾ ਮੌਕਾ ਮਿਲਿਆ। ਮੈਂ ਭਾਵੇਂ MLA ਨਾ ਜਿੱਤਿਆ ਸੀ ਨਾ ਹਾਰਿਆ ਹੋਇਆ ਸੀ, ਨਾ ਮੈਂ ਕਦੀ ਟਿਕਟ ਮਿਲੀ ਸੀ, ਪਰ ਮੈਂ ਕਿਉਂਕਿ ਆਫਿਸ ਦਾ ਕੰਮ ਸੰਭਾਲਦਾ ਹੁੰਦਾ ਸੀ, ਮੈਨੂੰ ਵੀ ਉਸ ਟੂਰ ਤੇ ਜਾਣ ਦਾ ਮੌਕਾ ਮਿਲਿਆ ਸਾਰ ਸੁਖਬੀਰ ਸਿੰਘ ਬਾਦਲ ਦੇ ਨਾਲ। ਮੈਨੂੰ ਉੱਥੇ ਯਾਦ ਹੈ, ਉੱਥੇ ਸ਼ਾਮ ਨੂੰ ਸਾਡੇ ਜਦੋਂ 2 ਘੰਟੇ ਡਿਸਕਸ਼ਨ ਹੁੰਦੀ ਸੀ, ਤਾਂ ਉਸ ਡਿਸਕਸ਼ਨ ਦੇ ਵਿੱਚ ਰੇਤਾ ਦਾ ਮੁੱਦਾ ਜਿਹੜਾ ਹੁੰਦਾ ਸੀ ਹਮੇਸ਼ਾ ਸਭ ਤੋਂ ਵੱਧ ਹਾਵੀ ਹੁੰਦਾ ਸੀ। ਜਿਹੜਾ ਮੈਂ ਤੇ ਕਹਾਂਗਾ ਵੀ 2012 ਦੀ ਸਰਕਾਰ ਜਦੋਂ ਬਣ ਗਈ, ਉਸ ਤੋਂ ਬਾਅਦ ਸ਼ਾਇਦ ਸਾਡੀ ਲੀਡਰਸ਼ਿਪ ਜਿਹੜੀ ਸੀ ਇਹ ਸੋਚਣ ਲੱਗ ਪਈ ਸੀ ਵੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ 2007 ਤੋਂ ਲੈ ਕੇ 12 ਤੱਕ, ਤੇ ਫਿਰ ਵੀ ਸਰਕਾਰ ਬਣ ਗਈ, ਤੇ ਪੰਜਾਬ ਦੇ ਲੋਕ ਜਿਹੜੇ ਨੇ ਇਹ ਤਾਂ ਕਮਲੇ ਹੀ ਨੇ ਵੀ ਜੋ ਮਰਜ਼ੀ ਕਰੀ ਜਾਓ, ਇਹਨਾਂ ਨੇ ਸਾਨੂੰ ਫਿਰ ਜਿਤਾ ਦੇਣਾ। ਉਹਨਾਂ ਦੇ ਮਨ 'ਚ ਵਹਿਮ ਆ ਗਿਆ। ਉਹਨਾਂ ਨੇ ਫਿਰ ਉਸ ਵਹਿਮ ਦੇ ਨਾਲ ਪੰਜਾਬ ਦੇ ਵਿੱਚ ਸਾਰਾ ਸਟਾਈਲ ਚੇਂਜ ਕਰ ਦਿੱਤਾ। ਉਹਨਾਂ ਨੇ ਫਿਰ
ਮਾਫੀਆਸ ਬਣਾਉਣੇ ਸ਼ੁਰੂ ਕਰ ਦਿੱਤੇ। ਸ਼ਰਾਬ ਮਾਫੀਆ ਵੀ ਖੁੱਲ੍ਹ ਕੇ ਬਾਹਰ ਆ ਗਿਆ। ਰੇਤਾ ਮਾਫੀਆ ਪਹਿਲੇ ਹੀ ਬਣ ਗਿਆ ਸੀ, ਉਹਨੂੰ ਹੋਰ ਇਹਨਾਂ ਪ੍ਰਫੁੱਲਿਤ ਕਰ ਦਿੱਤਾ। ਫਿਰ ਨਾਲ ਹੀ ਨਾਲ ਜਿਹੜਾ ਟਰਾਂਸਪੋਰਟ ਮਾਫੀਆ ਵੀ ਬਣ ਗਿਆ, ਕਿਉਂਕਿ ਆਪਣੀ ਬੱਸ ਦਾ ਆਪਣੀਆਂ ਬੱਸਾਂ ਸੀਗੀਆਂ, ਫਿਰ ਇਹਨਾਂ ਨੇ ਲੋਕਾਂ ਦੀਆਂ ਬੱਸਾਂ ਕੈਪਚਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੀ। ਉਹ ਫਿਰ ਛੋਟੀਆਂ ਛੋਟੀਆਂ ਟਰਾਂਸਪੋਰਟਾਂ ਨੂੰ ਇਹਨਾਂ ਨੇ ਜੋ ਸੁਣਦੇ ਆ ਬਾਜ਼ਾਰ ਦੇ ਵਿੱਚ ਵੀ ਇਹਨਾਂ ਨੇ ਛੋਟੇ ਛੋਟੇ ਟਰਾਂਸਪੋਰਟਰਸ ਨੂੰ ਦਬਾ ਕੇ, ਕਿਸੇ ਨੂੰ ਡਰਾ ਕੇ, ਕਿਸੇ ਨੂੰ ਪੈਸੇ ਦੇ ਲਾਲਚ ਨਾਲ ਟਰਾਂਸਪੋਰਟਾਂ ਖਰੀਦਣੀਆਂ ਸ਼ੁਰੂ ਕਰਤੀਆਂ। ਫਿਰ ਟਰਾਂਸਪੋਰਟ ਮਾਫੀਆ ਬਣ ਗਿਆ। ਕਿਉਂਕਿ ਦੇਖੋ ਨਾ ਵੀ ਸਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਬਤੌਰ ਡਿਪਟੀ ਸੀਐਮ ਮੁੱਖ ਮੰਤਰੀ ਦੀ ਹੈਸੀਅਤ ਨਾਲ ਕੰਮ ਕਰਦੇ ਸੀ, ਭਾਵੇਂ ਸੀਗੇ ਡਿਪਟੀ ਮੁੱਖ ਮੰਤਰੀ, ਪਰ ਮੁੱਖ ਮੰਤਰੀ ਦੀ ਹੈਸੀਅਤ ਨਾਲ ਕੰਮ ਕਰਦੇ ਸੀ। ਇੱਕ ਮੁੱਖ ਮੰਤਰੀ ਦੀ ਕਮਾਂਡ ਦੇ ਵਿੱਚ ਪੰਜਾਬ ਰੋਡਵੇਜ਼ ਹੋਵੇ, ਪੈਪਸੂ ਰੋਡ ਟਰਾਂਸਪੋਰਟ ਹੋਵੇ, ਉਹ ਘਾਟੇ ਜਾਵੇ, ਤੇ ਜਦੋਂ ਉਹਨਾਂ ਦੀ ਆਪਣੀ ਟਰਾਂਸਪੋਰਟ ਆ ਉਹ ਮੁਨਾਫੇ ਜਾਵੇ। ਇਹ ਜਿਹੜੀਆਂ ਗੱਲਾਂ ਨੇ ਲੋਕਾਂ ਨੂੰ ਹਜਮ ਨਹੀਂ ਹੁੰਦੀਆਂ। ਉਸ ਤੋਂ ਬਾਅਦ ਇੱਕ ਬੇਅਦਬੀ ਵਾਲਾ ਕਾਂਡ ਵੀ ਹੋ ਗਿਆ। ਮੈਂ ਉਹ ਤੁਹਾਨੂੰ ਉੱਥੇ ਆਉਣਾ ਨਾ। ਫਿਰ ਉਸ ਤੋਂ ਬਾਅਦ ਕਿਉਂਕਿ ਉਹਨਾਂ ਦੇ ਮਨ 'ਚ ਇਹ ਆ ਗਿਆ ਵੀ ਲੋਕ ਤਾਂ ਸਾਡੇ ਸ਼ਾਇਦ ਕਮਲੇ ਹੀ ਨੇ ਪੰਜਾਬ ਦੇ ਲੋਕ, ਅਸੀਂ ਜੋ ਮਰਜ਼ੀ ਕਰਾਂਗੇ। ਇਹਨਾਂ ਨੇ ਫਿਰ ਜਿਹੜਾ ਉਹ ਸੌਦਾ ਸਾਧ ਵਾਲਾ ਸੀ ਬਾਬਾ, ਜਿਹਨੇ 2008 'ਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕਰਕੇ ਅਡੰਬਰ ਰਚਿਆ ਸੀ। ਉਹਨੇ ਉਹ ਚੋਲਾ ਪਾ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਵਿੱਚ ਪਤਾ ਲੱਗਾ ਸੀ ਵੀ ਜਿਹੜਾ ਸਾਰਾ ਅਡੰਬਰ ਕਰਨ ਦੇ ਵਿੱਚ ਸ਼ਾਇਦ ਸਾਡੇ ਸਰ ਸੁਖਬੀਰ ਸਿੰਘ ਬਾਦਲ ਦਾ ਵੀ ਰੋਲ ਸੀਗਾ। ਕਿਉਂਕਿ ਤੁਹਾਨੂੰ ਯਾਦ ਹੋਣਾ ਉਹ ਸੌਦਾ ਸਾਧ ਦੀ ਇੱਕ ਚੇਲੀ ਨੇ ਪਿੱਛੇ ਜੇ ਬਿਆਨ ਦਿੱਤਾ ਸੀ ਵੀ ਉਹ ਸਾਰਾ ਪਲੈਨਿੰਗ ਜਿਹੜੀ ਸੀ ਸਰ ਸੁਖਬੀਰ ਸਿੰਘ ਬਾਦਲ ਦੀ ਸੀ। ਤੇ ਇੱਕ ਰਿਟਾਇਰਡ ਡੀਜੀਪੀ ਸ਼ਸ਼ੀਕਾਂਤ ਜੀ ਨੇ ਵੀ ਇੱਕ ਵਾਰੀ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਵੀ ਇਹ ਜਿਹੜਾ ਸਾਰਾ ਜਿਹੜਾ ਚੋਲਾ ਸੀ ਉਹਦੀ ਡਰੈਸ ਜਿਹੜੀ ਵੀ ਸੀ ਉਹਨੂੰ ਸਪਲਾਈ ਕਰਨ ਦੇ ਵਿੱਚ ਸਰ ਸੁਖਬੀਰ ਸਿੰਘ ਬਾਦਲ ਦਾ ਹੱਥ ਸੀਗਾ। ਉਹਦੇ ਖਿਲਾਫ ਸੌਦਾ ਸਾਧ ਦੇ ਖਿਲਾਫ ਲੋਕਾਂ ਦਾ ਬਹੁਤ ਵੱਡਾ ਰੋਸ ਹੋਇਆ। ਉਹਦੇ ਖਿਲਾਫ ਪੁਲਿਸ ਕਾਰਵਾਈ ਹੋਈ, ਪੁਲਿਸ ਕੇਸ ਬਣਿਆ। ਪਰ 2012 ਦੀ ਇਲੈਕਸ਼ਨ ਦੇ ਵਿੱਚ ਸਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੇ ਮਹਿਸੂਸ ਕੀਤਾ ਵੀ ਜੇ ਅਸੀਂ ਸੌਦਾ ਸਾਧ ਦੇ ਨਾਲ ਕੰਪਰੋਮਾਈਜ਼ ਕਰ ਲਈਏ ਤਾਂ ਡੇਰੇ ਦੀਆਂ ਵੋਟਾਂ ਸਾਨੂੰ ਪੈ ਜਾਣਗੀਆਂ ਤੇ ਸਾਡੀ ਸਰਕਾਰ ਬਣ ਜਾਏਗੀ। ਤੇ ਇਹਨਾਂ ਨੇ ਉਹਨੂੰ 2012 ਦੇ ਵਿੱਚ ਜਿਹੜਾ ਉਹਦੇ ਖਿਲਾਫ ਕੇਸ ਚੱਲਦਾ ਸੀ ਉਹ ਕੇਸ ਵਿਡਰਾ ਕਰ ਲਿਆ। ਸਾਨੂੰ ਤਾਂ ਪਤਾ ਲੱਗਾ ਵੀ ਉਸ ਕੋਰਟ ਦੇ ਵਿੱਚ ਏਐਸਆਈ ਦਾ ਐਫੀਡੇਵਿਟ ਦੇ ਕੇ ਤੇ ਜਿਹੜਾ ਬੰਦਾ ਕੰਪਲੇਨੈਂਟ ਸੀ ਉਹਦਾ ਵੀ ਐਫੀਡੇਵਿਟ ਦਿੱਤਾ ਗਿਆ, ਜਿਹਨੇ ਬਾਅਦ 'ਚ ਜਿਹਨੇ ਗੁਰਿੰਦਰ ਸਿੰਘ ਨੇ ਕਿਹਾ ਵੀ ਮੇਰਾ ਝੂਠਾ ਐਫੀਡੇਵਿਟ ਦਿੱਤਾ ਗਿਆ, ਉਹ ਐਫੀਡੇਵਿਟ ਦੇ ਕੇ ਕੇਸ ਵਾਪਸ ਲੈ ਲਿਆ। ਉਹ ਕੇਸ ਵਿਡਰਾ ਹੋ ਗਿਆ। ਭਾਵੇਂ ਸਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਬਣਾ ਲਈ ਹੋਏਗੀ, ਪਰ ਉਹਨੇ ਇੰਨਾ ਵੱਡਾ ਡੈਮੇਜ ਕਰ ਦਿੱਤਾ। ਉਹਦੇ ਨਾਲ ਜਿਹੜਾ ਸੌਦਾ ਸਾਧ ਸੀ ਉਹ ਬਹੁਤ ਭੁੱਤਰ ਗਿਆ। ਉਹ ਡੈਮੇਜ ਅੱਜ ਤੱਕ ਵੀ ਕੰਟਰੋਲ ਨਹੀਂ ਹੋਇਆ। ਮੈਂ ਕਿਹਾ ਜੀ ਭੁੱਤਰ ਗਿਆ। ਉਹਨੇ ਕਿਹਾ 2012 'ਚ ਮੈਂ ਕਹਿੰਦਾ ਐਡਾ ਵੱਡਾ ਸਿੱਖ ਧਰਮ ਨਾਲ ਪੰਗਾ ਲਿਆ। ਸਿੱਖ ਧਰਮ ਦੇ ਜਿਹੜੇ ਐਕਚੁਅਲ ਜਿਹੜਾ ਦੇਖੋ ਸਿੱਖ ਧਰਮ ਦੀ ਜਿਹੜੀ ਨੁਮਾਇੰਦਗੀ ਆ ਪੋਲੀਟੀਕਲ ਪਾਰਟੀ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ। ਬਿਲਕੁਲ ਠੀਕ ਹੈ। ਜਿਹੜਾ ਹੁਣ ਅਕਾਲੀ ਦਲ ਬਾਦਲ ਆ ਇਹ ਕਰਦਾ ਰਿਹਾ। ਇਹ ਕਿਉਂਕਿ ਇਹਨਾਂ ਨੇ ਕੇਸ ਵਾਪਸ ਲੈ ਲਿਆ ਤੇ ਉਹਨੇ ਕਿਹਾ ਮੈਂ ਐਡਾ ਵੱਡਾ ਕਾਂਡ ਕੀਤਾ, ਇਹਨਾਂ ਨੇ ਵਾਪਸ ਲਿਆ, ਮੈਨੂੰ ਤਾਂ ਕੋਈ ਪੁੱਛਣ ਵਾਲਾ ਹੀ ਕੋਈ ਨਹੀਂ। ਤੇ ਲੋਕ ਉਹਦੇ ਵੱਡੇ ਵੱਡੇ ਮੰਤਰੀ ਉਹਦੇ ਦਰਬਾਰ 'ਚ ਆਉਣ ਲੱਗ ਪਏ। ਉਹਨੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਾਲ ਵੀ ਪੰਗੇ ਲੈਣੇ ਸ਼ੁਰੂ ਕਰ ਦਿੱਤੇ, ਜਿਹੜਾ ਕਿ ਭਾਵੇਂ ਅੱਜ ਤੱਕ ਕਲੀਅਰ ਨਹੀਂ ਹੋਇਆ, ਪਰ ਕਿਉਂਕਿ ਬਹੁਤ ਸਾਰੇ ਸੋਰਸਿਸ ਤੋਂ ਇਹ ਪਤਾ ਲੱਗਦਾ ਹੈ ਵੀ ਜਿਹੜੀਆਂ ਉਦੋਂ ਉਹ ਬੇਅਦਬੀਆਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਉਹਦੇ ਵਿੱਚ ਸੌਦਾ ਸਾਧ ਦੇ ਚੇਲਿਆਂ ਦਾ ਹੱਥ ਸੀ। ਕਿਉਂਕਿ ਜਦੋਂ ਉਹ ਜਿਹੜਾ ਚੇਲਿਆਂ ਦਾ ਹੱਥ ਸੀ, ਕੀ ਪਾਰਟੀ ਦੇ ਬੰਦਿਆਂ ਦਾ ਵੀ ਕੁਝ ਹੱਥ ਸੀ, ਉਹਨਾਂ ਦੀ ਸ਼ਹਿ ਸੀ? ਦੇਖੋ ਜਦੋਂ ਇੱਕ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਂਦਾ ਜਾਂ ਕੁਝ ਲੋਕ ਕਰਾਉਂਦੇ ਨੇ, ਜੇ ਉਹ ਜਿਸ ਰਾਜ ਦੇ ਵਿੱਚ ਹੁੰਦੀ ਹੈ ਉਸ ਰਾਜ ਦੇ ਮੁਖੀ ਦੀ ਜ਼ਿੰਮੇਵਾਰੀ ਬਣਦੀ ਹੈ ਉਹਦੀ। ਕਿਉਂਕਿ ਸਟੇਟ ਦੇ ਵਿੱਚ ਕੋਈ ਵੀ ਗਲਤ ਕੰਮ ਹੁੰਦਾ ਉਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਬੰਦਿਆਂ ਨੂੰ ਪਕੜ ਕੇ। ਇਹ ਤਾਂ ਗੱਲ ਹੀ ਬਹੁਤ ਵੱਡੀ ਸੀ। ਪਕੜ ਕੇ, ਇਹ ਤਾਂ ਬਹੁਤ ਵੱਡੀ ਗੱਲ ਸੀ ਨਾ, ਇਹ ਤਾਂ ਲੋਕਾਂ ਦੇ ਸੈਂਟੀਮੈਂਟਸ ਦੀ ਗੱਲ ਸੀ। ਉਹਨਾਂ ਨੂੰ ਉਸ ਜਿਹੜੇ ਬੰਦੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਪਕੜ ਕੇ ਉਹਨਾਂ ਨੂੰ ਸਜ਼ਾ ਦਿਵਾਉਣੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇ ਸਰਕਾਰ ਇਹ ਜ਼ਿੰਮੇਵਾਰੀ ਪੂਰੀ ਨਹੀਂ ਕਰਦੀ
ਤੇ ਲੋਕਾਂ ਦਾ ਗੁੱਸਾ ਜਿਹੜਾ ਸਰਕਾਰ ਦੇ ਖਿਲਾਫ ਆਉਂਦਾ। ਇਸ ਤੋਂ ਬਾਅਦ ਵੀ ਕੁਝ ਗੱਲਾਂ ਆਈਆਂ ਨਹੀਂ, ਉਸ ਤੋਂ ਬਾਅਦ ਜਦੋਂ ਬਰਗਾੜੀ ਮਾਫ਼ੀ ਦੇ ਦਿੱਤੀ ਉਹ ਤਾਂ ਆਪਣੀ ਮਾਫੀ ਦੇਤੀ, ਮਾਫੀ ਦੇਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਬੇਅਦਬੀਆਂ ਹੋਣ ਤੋਂ ਬਾਅਦ ਜੋ ਲੋਕ ਰੋਸ ਕਰ ਰਹੇ ਸੀ, ਉਹ ਜਦੋਂ ਲੋਕ ਰੋਸ ਕਰ ਰਹੇ ਸੀ ਤਾਂ ਉਹਨਾਂ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਕਰ ਦੇਣਾ। ਇਹ ਮਤਲਬ ਇੱਕ ਇਹੋ ਜਿਹੇ 2-3 ਕਾਂਡ ਹੋਏ ਨੇ ਜਿੰਦੇ ਨਾਲ ਸਿੱਖ ਧਰਮ ਦੇ ਜਿਹੜੇ ਸਿੱਖ ਭਰਾਵਾਂ ਦੇ ਹਿਰਦੇ ਬਲੂੰਦਰੇ ਗਏ ਨੇ। ਮੈਂ ਵੀ ਫੀਲ ਕਰਦਾ ਵੀ ਇਹ ਬਹੁਤ ਗਲਤ ਕੰਮ ਹੋਇਆ। ਮੈਂ ਤਾਂ ਤੁਹਾਨੂੰ ਦੱਸਦਾ ਵੀ ਜਿਹੜੇ ਸਾਡੇ ਭਰਾ, ਭਾਵੇਂ ਉਹ ਪਤਿਤ ਸਿੱਖ ਨੇ, ਭਾਵੇਂ ਉਹ ਕੇਸਾਧਾਰੀ ਨਹੀਂ ਹੈ, ਉਹ ਵੀ ਇਸ ਗੱਲ ਦਾ ਬੜਾ ਗੁੱਸਾ ਮਹਿਸੂਸ ਕਰਦੇ ਸੀ ਵੀ ਸਾਡੇ ਗੁਰੂ ਸਾਹਿਬਾਨ ਦੇ ਨਾਲ ਇਦਾਂ ਦਾ ਹੋਣ ਤੋਂ ਬਾਅਦ ਕਿਉਂ ਕਾਰਵਾਈ ਨਹੀਂ ਕੀਤੀ ਗਈ, ਪ੍ਰੋਪਰ ਕਾਰਵਾਈ ਨਹੀਂ ਹੋਈ ਅੱਜ ਤੱਕ। ਮੈਂ ਤਾਂ ਕਹਾਂਗਾ ਵੀ ਕੈਪਟਨ ਅਮਰਿੰਦਰ ਸਿੰਘ ਵੀ ਉਸ ਗੱਲ ਦਾ ਦੋਸ਼ੀ ਆ, ਕਿਉਂਕਿ ਜਦੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਾ ਸੀ, ਉਸ ਬਰਗਾੜੀ ਦੇ ਮੋਰਚੇ ਦੇ ਵਿੱਚ ਜਦੋਂ ਮੋਰਚੇ ਨੂੰ ਖਤਮ ਕੀਤਾ ਗਿਆ, ਉਸ ਤੋਂ ਪਹਿਲੇ ਸਾਰ ਕੈਪਟਨ ਅਮਰਿੰਦਰ ਸਿੰਘ ਦੇ 3 ਮਿਨਿਸਟਰ ਸਾਹਿਬਾਨ ਜਾ ਕੇ ਉੱਥੇ ਐਸ਼ੋਰੈਂਸ ਦੇ ਕੇ ਆਏ ਸੀ ਵੀ ਅਸੀਂ ਦੋਸ਼ੀਆਂ ਨੂੰ ਫੜ ਕੇ ਅੰਦਰ ਵੀ ਦੇਵਾਂਗੇ ਔਰ ਸਜ਼ਾਵਾਂ ਵੀ ਦਵਾਵਾਂਗੇ। ਪਰ ਉਹ ਮੈਂ ਤਾਂ ਕਹਾਂਗਾ ਵੀ ਉਹ ਬਰਗਾੜੀ ਜਿਹੜਾ ਸੰਗਤ ਜਿਹੜੀ ਉੱਥੇ ਮੋਰਚੇ ਤੇ ਬੈਠੀ ਸੀ, ਉਹਨਾਂ ਨਾਲ ਧੋਖਾ ਹੋਇਆ। ਇਹਨਾਂ ਸਾਰਿਆਂ ਨੇ ਲੀਡਰਾਂ ਨੇ ਪਲੈਨਿੰਗ ਕਰਕੇ, ਉਹਦੇ ਵਿੱਚ ਅਕਾਲੀ ਦਲ ਬਾਦਲ ਵੀ ਦੋਸ਼ੀ ਆ ਤੇ ਕੈਪਟਨ ਅਮਰਿੰਦਰ ਸਿੰਘ ਵੀ ਦੋਸ਼ੀ ਆ ਉਹਦੇ ਵਿੱਚ, ਜਿਹੜੇ ਅੱਜ ਤੱਕ ਉਹਨਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ। ਇਸ ਵਾਸਤੇ ਤੁਹਾਨੂੰ ਪਤਾ ਹੋਣਾ, ਜਦੋਂ ਅਸੈਂਬਲੀ ਦੇ ਵਿੱਚ ਬਹਿਸ ਹੋਈ ਆ, ਉਦੋਂ ਅਸੈਂਬਲੀ ਦੇ ਵਿੱਚ ਬਹਿਸ ਕਰਨ ਲੱਗਿਆ ਵੀ ਮੈਂ ਉਦੋਂ ਸਾਰ ਚਰਨਜੀਤ ਸਿੰਘ ਚੰਨੀ ਮਿਨਿਸਟਰ ਸਾਹਿਬਾਨ, ਰੰਧਾਵਾ ਸਾਹਿਬ, ਬਾਜਵਾ ਸਾਹਿਬ, 3-4 ਮਿਨਿਸਟਰ ਦੀ ਡਿਬੇਟ ਸੁਣੀ ਹੈ। ਉਸ ਡਿਬੇਟ ਦੇ ਵਿੱਚ ਇਵਨ ਸਾਰ ਨਵਜੋਤ ਸਿੰਘ ਸਿੱਧੂ ਦੀ ਡਿਬੇਟ ਸੁਣੀ ਹੈ। ਉਹਨਾਂ ਸਾਰਿਆਂ ਦਾ ਇਸ਼ਾਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਸੀ ਡਿਬੇਟ ਦੇ ਵਿੱਚ ਵੀ ਅੱਜ ਮੌਕਾ ਵਾ, ਅਸੀਂ ਦੋਸ਼ੀਆਂ ਨੂੰ ਫੜ ਕੇ ਅੰਦਰ ਦਈਏ ਤੇ ਅਸੀਂ ਸਿੱਖ ਪੰਥ ਨੂੰ ਇਸ ਗੱਲ ਦਾ ਇਨਸਾਫ ਦਈਏ। ਪਰ ਇਹ ਗੱਲ ਤੁਹਾਡੀ ਠੀਕ ਹੈ ਕਿ ਦੋਸ਼ੀ ਫੜੇ ਨਹੀਂ ਗਏ, ਪਰ ਕਾਰਵਾਈ ਅੱਗੇ ਨਾਲੋਂ ਤੇਜ਼ ਹੋਈ ਹੈ, ਕਿਉਂਕਿ ਸਭ ਨਾਲੋਂ ਵਧੀਆ ਜਿਹੜੇ ਜਾਂਚ ਅਧਿਕਾਰੀ ਲਾਏ ਗਏ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਬੜੇ ਸਾਫ ਸੁਥਰੇ ਬੇਦਾਗ ਆਦਮੀ ਨੇ। ਉਹਨਾਂ ਨੇ ਕਾਰਵਾਈਆਂ ਸ਼ੁਰੂ ਕੀਤੀਆਂ ਨੇ। ਉਸ ਤੋਂ ਬਾਅਦ ਕੁਝ ਪੁਲਿਸ ਵਾਲੇ ਵੀ ਜਿਹੜੇ ਇਸ ਮਾਮਲੇ 'ਚ ਇਨਵੋਲਵ ਸੀ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਦੇਖੋ, ਕਾਰਵਾਈ ਅੱਗੇ ਵਧੀ ਹੈ, ਲੇਕਿਨ ਜਿਸ ਤੇਜ਼ੀ ਨਾਲ ਕੰਮ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ, ਕਿਤੇ ਨਾ ਕਿਤੇ ਭਟਕਾਇਆ ਜਾ ਰਿਹਾ ਹੈ। ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਰਸਨਲੀ ਜਾਣਦਾ। ਉਹਨਾਂ ਦੇ ਕੰਮ ਕਰਨ ਦਾ ਸਟਾਈਲ ਬੜਾ ਵਧੀਆ, ਬੜੇ ਇਮਾਨਦਾਰ ਅਫਸਰ ਨੇ, ਬੜੇ ਐਨਰਜੈਟਿਕ ਆਫਿਸਰ ਨੇ, ਪਰ ਉਹਨਾਂ ਨੂੰ ਵੀ ਫ੍ਰੀ ਹੈਂਡ ਨਹੀਂ ਦਿੱਤਾ ਗਿਆ ਅੱਜ ਤੱਕ। ਉਹ ਕੁਛ ਅਫਸਰ ਸਾਹਿਬਾਨ ਜਿਹੜੇ ਨੇ, ਕਿਉਂਕਿ ਪਹਿਲੇ ਤਾਂ ਜਿਹੜਾ ਡੀਜੀਪੀ ਦਾ ਸਿੱਧੀ ਇਨਵੋਲਵਮੈਂਟ ਸੀ ਤੇ ਉਸ ਡੀਜੀਪੀ ਨੂੰ ਬਚਾਉਣ ਲਈ ਪਲੱਸ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਸਾਰਿਆਂ ਨੂੰ ਬਚਾਉਣ ਵਾਸਤੇ ਕਾਰਵਾਈ ਹੁੰਦੀ ਰਹੀ। ਉਹ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਬਾਅਦ 'ਚ ਡੀਜੀਪੀ ਬਣੇ, ਉਹਨਾਂ ਨੇ ਵੀ ਆਪਣੇ ਪੁਰਾਣੇ ਡੀਜੀਪੀ ਨੂੰ ਬਚਾਉਣ ਲਈ ਹੋ ਸਕਦਾ, ਜੋ ਅਸੀਂ ਅਖਬਾਰਾਂ 'ਚ ਪੜ੍ਹਦੇ ਹਾਂ ਵੀ ਉਹ ਚੱਟੋਪਾਧਿਆਏ ਸਾਹਿਬ ਜਿਹੜੇ ਏਡੀਜੀਪੀ ਨੇ, ਉਹਨਾਂ ਦੀ ਜਿਹੜੀ ਫਾਈਂਡਿੰਗ ਸੀ, ਰਿਪੋਰਟ ਸੀਗੀ, ਉਹ ਅੱਜ ਤੱਕ ਹਾਈ ਕੋਰਟ 'ਚ ਬੰਦ ਪਈ ਹੈ। ਉਹ ਕਿਉਂ ਨਹੀਂ ਖੋਲ੍ਹੀ ਜਾਂਦੀ? ਉਹ ਕਿਉਂ ਨਹੀਂ ਜਨਤਕ ਕੀਤੀ ਜਾਂਦੀ? ਦੇਖੋ, ਜਿਹੜੀਆਂ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਨੇ, ਸਰਕਾਰਾਂ ਦੇ ਇੰਨੇ ਪੈਸੇ ਵੇਸਟ ਹੁੰਦੇ ਨੇ, ਜਨਤਾ ਦੇ ਖੂਨ ਪਸੀਨੇ ਦੀ ਕਮਾਈ ਹੁੰਦੀ ਆ, ਉਹਨਾਂ ਟਾਈਮ ਵੀ ਖਰਾਬ ਹੁੰਦਾ। ਜੇ ਉਹਨਾਂ ਦੀਆਂ ਰਿਪੋਰਟਾਂ ਅਸੀਂ ਜਨਤਕ ਨਹੀਂ ਕਰਨੀਆਂ ਤੇ ਫਿਰ ਉਹਦਾ ਫਾਇਦਾ ਕੀ? ਇਹਦਾ ਮਤਲਬ ਇਹ ਹੋਇਆ ਵੀ ਜੇ ਤਾਂ ਰਿਪੋਰਟ ਦੋਸ਼ੀਆਂ ਨੂੰ ਬਚਾਉਣ ਵਾਸਤੇ ਆਈ ਤੇ ਜਨਤਕ ਕਰ ਦਿਓ, ਤੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਨਹੀਂ ਆਈ ਤੇ ਦੋਸ਼ੀਆਂ ਦਾ ਪੱਖ ਪੂਰਨ ਲਈ ਤੇ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਦਾ ਪੱਖ ਪੂਰਨ ਲਈ ਰਿਪੋਰਟਾਂ ਨੂੰ ਦਬਾ ਕੇ ਰੱਖੀ ਜਾਂਦੇ ਨੇ। ਇਹ ਤਾਂ ਫਿਰ ਬਹੁਤ ਗਲਤ ਗੱਲ ਆ ਨਾ। ਬੜਾ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਤੁਹਾਨੂੰ ਉਸ ਟਾਈਮ ਉਹ ਮਨ 'ਚ ਕਰੋਸ਼ ਹੈ ਵੀ ਇੰਨੇ ਸਾਲ ਤੁਸੀਂ ਜਿਸ ਪਾਰਟੀ ਨੂੰ ਦਿੱਤੇ, ਅਗਰ ਅੱਜ ਤੁਹਾਨੂੰ ਵਾਪਸ ਬੁਲਾਉਣ, ਬਾਦਲ ਸਾਹਿਬ ਆ ਜਾਣ ਤੁਹਾਡੇ ਕੋਲ ਵੀ ਨਹੀਂ ਚੰਨੀ ਜੀ ਚਲੋ ਆ ਜਾਓ ਅਕਾਲੀ ਦਲ 'ਚ ਵਾਪਸ, ਆਉਣਾ ਚਾਹੋਗੇ? ਮੈਂ ਤਾਂ ਜੀ ਘਰ ਬਹਿਣਾ ਮਨਜ਼ੂਰ ਆ। ਜਿਹੜੀ ਪਾਰਟੀ ਨੇ ਇੱਕ ਵਾਰੀ ਸਤਿ ਸ੍ਰੀ ਅਕਾਲ ਕਹਿ ਦਿੱਤੀ, ਉਹਨੂੰ ਸਤਿ ਸ੍ਰੀ ਅਕਾਲ ਹੀ ਰੱਖਾਂਗੇ, ਉੱਥੇ ਨਹੀਂ ਦੁਬਾਰਾ। ਸਵੇਰੇ ਸੁਖਬੀਰ ਬਾਦਲ ਜੀ ਆਪ ਆ ਜਾਣ ਇੱਥੇ ਤੁਹਾਨੂੰ ਲੈਣ ਲਈ? ਪਹਿਲੀ ਤਾਂ ਗੱਲ ਉਹਨਾਂ ਨੇ ਆਉਣਾ ਨਹੀਂ ਆ, ਦੂਜੀ ਗੱਲ ਮੈਂ ਜਾਣਾ ਨਹੀਂ ਆ। ਤੇ ਜੇ ਆ ਜਾ, ਜੇ ਮੈਂ ਜਦੋਂ ਪਾਰਟੀ ਦੇ ਵਿੱਚ ਕੰਮ ਕਰਦਾ ਸੀ, ਜਦੋਂ ਮੈਂ ਪਾਰਟੀ ਛੱਡ ਕੇ ਬਾਹਰ ਆਇਆ ਸੀ, ਮੈਂ 2 ਸਾਲ ਵੇਟ ਕੀਤੀ ਸੀ ਸਰ ਸੁਖਬੀਰ ਸਿੰਘ ਬਾਦਲ ਦੀ, ਕਿਉਂਕਿ ਮੈਨੂੰ ਬਹੁਤ ਸਾਰੇ ਜਿਹੜੇ ਪਾਰਟੀ ਦੇ ਬਹੁਤ ਸੀਨੀਅਰ ਆਗੂ ਸੀ ਜਿਹੜੇ ਮੇਰੇ ਕੋਲ ਆਏ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀ ਵੀ ਜਦੋਂ ਸਰ ਸੁਖਬੀਰ ਸਿੰਘ ਬਾਦਲ ਬੁਲਾਉਣਗੇ ਜ਼ਰੂਰ ਜਾਵਾਂਗਾ, ਪਰ ਜੇ ਸਰ ਸੁਖਬੀਰ ਸਿੰਘ ਬਾਦਲ ਨਹੀਂ ਬੁਲਾਉਣਗੇ ਤਾਂ ਮੈਂ ਨਹੀਂ ਜਾਣਾ। ਕਿਉਂਕਿ ਮੈਨੂੰ ਯਾਦ ਹੈ ਇੱਥੇ ਜਲੰਧਰ
ਮੈਨੂੰ ਕਿਉਂਕਿ ਡਾਕਟਰ ਚੀਮਾ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ, ਮੈਨੂੰ ਉਹਨਾਂ ਨੇ ਵੀ ਕਈ ਵਾਰੀ ਕਿਹਾ, ਮੈਂ ਉਹਨਾਂ ਨੂੰ ਵੀ ਇਹੀ ਜਵਾਬ ਦਿੰਦਾ ਸੀ ਜਦੋਂ ਸਰ ਸੁਖਬੀਰ ਸਿੰਘ ਬਾਦਲ ਬੁਲਾਉਣਗੇ ਜਾਵਾਂਗਾ। ਫਿਰ ਕੁਹਾੜ ਸਾਹਿਬ ਸਾਡੇ ਜਲੰਧਰ ਦੇ ਮੰਤਰੀ ਹੁੰਦੇ ਸੀ, ਉਹ ਮੇਰੇ ਕੋਲ 2-3 ਵਾਰੀ ਘਰ ਆਏ। ਹੁਣ ਭਾਵੇਂ ਉਹ ਅੱਜ ਦੁਨੀਆ 'ਚ ਨਹੀਂ ਆ, ਮੈਂ ਇਹ ਸਾਬਤ ਨਹੀਂ ਕਰ ਸਕਦਾ ਵੀ ਉਹ ਆਏ ਕਿ ਨਹੀਂ ਆਏ, ਪਰ ਮੈਨੂੰ ਯਾਦ ਹੈ ਜਦੋਂ ਜੇਤਲੀ ਸਾਹਿਬ ਨੇ ਆਦਮਪੁਰ ਏਅਰਪੋਰਟ ਦਾ ਉਦਘਾਟਨ ਕਰਨਾ ਸੀ ਤਾਂ ਉਸ ਦਿਨ ਮੇਰੇ ਕੋਲੋਂ ਕੁਹਾੜ ਸਾਹਿਬ ਆਏ ਵੀ ਤੁਸੀਂ ਚਲੋ ਨਾਲ, ਵੀ ਇਹ ਤਾਂ ਉੱਥੇ ਤੁਸੀਂ ਚਲੋ। ਤੇ ਮੈਂ ਕਿਹਾ ਜੀ ਮੈਂ ਪਾਰਟੀ ਦੀਆਂ ਕਾਰਵਾਈਆਂ ਤੋਂ ਸਰ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਹੋ ਕੇ ਆਇਆ। ਠੀਕ ਹੈ। ਮੈਂ ਚੰਡੀਗੜ੍ਹ ਡਿਊਟੀ ਦਿੰਦਾ ਸੀ ਤੇ ਮੈਨੂੰ ਇੱਕ ਰੋਸ ਸੀਗਾ ਵੀ ਜਲੰਧਰ ਸ਼ਹਿਰ ਦੇ ਵਿੱਚ ਮੇਰੇ ਘਰ ਵਾਲੇ ਹਲਕੇ 'ਚ ਮੇਰੀ ਜ਼ਿਲ੍ਹਾ ਪ੍ਰਧਾਨਗੀ ਦੇ ਹੁੰਦਿਆਂ ਹੋਇਆਂ ਇੱਕ ਬਦਨਾਮ ਬੰਦੇ ਨੂੰ ਟਿਕਟ ਤੁਸੀਂ ਦੇ ਰਹੇ ਹੋ, ਤੇ ਅਸੀਂ ਕੀ ਉਸ ਬਦਨਾਮ ਬੰਦੇ ਦੇ ਮਗਰ ਜਾ ਕੇ ਅਸੀਂ ਨਾਅਰੇ ਲਗਾਵਾਂਗੇ। ਮੇਰੀ ਜਿੱਥੇ ਮੇਰਾ ਰਿਹਾਇਸ਼ ਆ ਉਸ ਕੌਂਸਟੀਟੂਐਂਸੀ, ਫਿਰ ਮੇਰੀ ਜ਼ਿਲ੍ਹਾ ਪ੍ਰਧਾਨਗੀ ਦੇ ਵਿੱਚ ਉਹ ਕੌਂਸਟੀਟੂਐਂਸੀ ਪੈਂਦੀ ਹੋਵੇ, ਤੇ ਮੈਂ ਇਸ ਗੱਲ ਦਾ ਮੈਨੂੰ ਰੋਸ ਸੀ, ਇਸੇ ਕਰਕੇ ਮੈਂ ਛੱਡਿਆ ਸੀ। ਤੇ ਮੈਂ ਉਹਨਾਂ ਨੂੰ ਇਹੀ ਕਹਿੰਦਾ ਸੀ ਵੀ ਮੈਨੂੰ ਜਦੋਂ ਮੇਰਾ ਸਵਾਲ ਇਹ ਮੈਂ ਕਿਹਾ ਜਦੋਂ ਮੈਨੂੰ ਨਹੀਂ ਮੇਰੇ ਬਾਦਲ ਸਾਹਿਬ ਆ ਜਾਣ, ਸੁਖਬੀਰ ਜੀ ਆ ਜਾਣ, ਦੇਖੋ ਜੀ ਦੇਖੋ ਮੈਂ ਬਾਦਲ ਸਾਹਿਬ ਆ ਜਾਣ, ਮੈਂ ਸਤਿਕਾਰ ਕਰਦਾ, ਠੀਕ ਹੈ, ਪਰ ਮੈਂ ਜਾਵਾਂਗਾ ਨਹੀਂ, ਜਾਣਾ ਨਹੀਂ। ਮੈਂ ਆ ਵੀ ਜਾਣ, ਘਰ ਵੀ ਚੱਲ ਕੇ ਆ ਜਾਣ, ਕੋਈ ਵੀ ਘਰ ਨੂੰ ਜਾ ਕੇ ਬਹਿ ਜਾਣ, ਨਹੀਂ ਆ ਜਾਣਗੇ ਤਾਂ ਮੈਂ ਕੋਈ ਮੈਂ ਨਹੀਂ ਉਹ ਤਾਂ ਤੁਸੀਂ ਜੀ ਸਦਕੇ ਜੀ ਆਏ ਜੀ ਸਦਕੇ ਜੀ ਆਇਆ ਕਹਾਂਗਾ, ਪਰ ਜਾਵਾਂਗਾ ਨਹੀਂ, ਜਾਣਾ ਨਹੀਂ। ਮੈਨੂੰ ਅੱਜ ਵੀ ਦੇਖੋ ਹੁਣ ਫੈਸਲਾ ਕਰ ਲਿਆ ਫਾਈਨਲ। ਦੇਖੋ ਮੈਂ 2-3 ਸਾਲ ਬੈਠਾ ਰਿਹਾ ਘਰ ਆਰਾਮ ਨਾਲ, ਕਿਉਂਕਿ ਮੈਨੂੰ ਉਦੋਂ ਹੋਰ ਵੀ ਪਾਰਟੀਆਂ ਵੱਲੋਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਆਫਰ ਆਉਂਦੀ ਸੀ, ਪਰ ਮੈਂ ਸੋਚਿਆ ਸੀ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਰਿਹਾ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਜਾ ਕੇ ਕਿਧਰੇ ਹੋਰ ਕੰਮ ਨਹੀਂ ਕਰਨਾ, ਨਾ ਮੈਂ ਕਰਨਾ, ਮੈਨੂੰ ਰਿਟਾਇਰਮੈਂਟ ਮਨਜ਼ੂਰ ਆ। ਪਰ ਜਦੋਂ ਢੀਂਡਸਾ ਸਾਹਿਬ ਐਕਟਿਵ ਹੋਏ ਨੇ ਤੇ ਮੈਨੂੰ ਸ਼ਾਇਦ ਢੀਂਡਸਾ ਸਾਹਿਬ ਨੇ ਜਿਹੜੇ ਪਹਿਲੇ 5 ਬੰਦਿਆਂ ਨੂੰ ਫੋਨ ਕੀਤਾ ਹੋਏਗਾ, ਉਹਨਾਂ 'ਚ ਮੈਨੂੰ ਫੋਨ ਕੀਤਾ ਹੋਏਗਾ, ਤੇ ਮੈਂ ਇੱਕਦਮ ਉਹਨਾਂ ਨੂੰ ਹਾਮੀ ਭਰ ਦਿੱਤੀ, ਸਿਰਫ ਇਸ ਕਰਕੇ ਕਿਉਂਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਆ। ਇਹ ਤੁਸੀਂ ਅਕਾਲੀ ਦਲ ਡੈਮੋਕ੍ਰੈਟਿਕ ਦੀ ਗੱਲ ਕਰ ਰਹੇ ਹੋ? ਮੈਂ ਹੈਗਾ ਤਾਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਹੈ, ਠੀਕ ਹੈ ਜੀ, ਕਿਉਂਕਿ ਉਹ ਤਾਂ ਬਣ ਗਿਆ ਹੁਣ ਅਕਾਲੀ ਦਲ ਬਾਦਲ, ਬਿਲਕੁਲ ਇਹ ਸ਼੍ਰੋਮਣੀ ਅਕਾਲੀ ਦਲ ਹੀ ਆ, ਪਰ ਕਿਉਂਕਿ ਰਜਿਸਟ੍ਰੇਸ਼ਨ ਕਰਾਉਣ ਲਈ ਟੈਕਨੀਕਲ ਪ੍ਰੋਬਲਮ ਸੀ ਤਾਂ ਕਰਕੇ ਉਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਰੱਖਿਆ ਗਿਆ। ਅਦਰਵਾਈਜ਼ ਢੀਂਡਸਾ ਸਾਹਿਬ ਨੇ ਤੇ ਸਾਰੇ ਦੂਜੇ ਸਾਥੀਆਂ ਨੇ ਫੈਸਲਾ ਕੀਤਾ ਸੀ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ 'ਚ ਹੀ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਸੁਧਾਰ ਕਰਨਾ ਵਾ, ਪਰ ਉਹਦੀ ਰਜਿਸਟ੍ਰੇਸ਼ਨ ਕਰਾਉਣ ਲਈ ਟੈਕਨੀਕਲ ਤੌਰ ਤੇ ਉਹਦਾ ਸਾਨੂੰ ਨਾਮ ਜਿਹੜਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਰੱਖਣਾ ਪਿਆ, ਤਾਂ ਕਰਕੇ। ਪਰ ਮੈਂ ਜਿਹੜਾ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਨਾ, ਉਹਨਾਂ ਦਾ ਮੈਂ ਉਹਨਾਂ ਦੇ ਰੋਸ ਵਜੋਂ ਆਇਆ ਸੀ, ਉਹਨਾਂ ਨੇ ਜੇ ਮੈਨੂੰ ਉਦੋਂ ਨਹੀਂ ਕੋਸ਼ਿਸ਼ ਕੀਤੀ ਮੇਰਾ ਰੋਸ ਦੂਰ ਕਰਨ ਦੀ, ਤਾਂ ਹੁਣ ਉਹਨਾਂ ਨੇ ਮੇਰਾ ਰੋਸ ਕਿੱਥੋਂ ਦੂਰ ਕਰਨਾ। ਵੱਡੇ ਬਾਦਲ ਸਾਹਿਬ ਨਾਲ ਵੀ ਉਸ ਤੋਂ ਬਾਅਦ ਕੋਈ ਮੁਲਾਕਾਤ ਨਹੀਂ ਹੋਈ? ਨਹੀਂ, ਮੇਰੀ ਕਦੀ ਮੁਲਾਕਾਤ ਨਹੀਂ ਹੋਈ, ਕਦੀ ਮੁਲਾਕਾਤ ਵੀ ਨਹੀਂ ਹੋਈ। ਤੇ ਹੁਣ ਆਪਾਂ ਅੱਗੇ ਕੀ ਸੋਚਦੇ, ਕਿਉਂਕਿ ਤੁਹਾਡੀ ਗੱਲਾਂ ਤੋਂ ਲੱਗ ਰਿਹਾ ਕਿ ਅੱਜ ਵੀ ਉਹੀ ਜਵਾਨ ਤੇ ਯੁਵਾ ਨਹੀਂ ਦੇਖੋ ਐਕਟਿਵ ਨੇ। ਅੱਗੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ, ਕੱਲ ਤੁਸੀਂ ਇੱਕ ਸੈਮੀਨਾਰ ਵੀ ਕਰਨ ਜਾ ਰਹੇ ਹੋ? ਨਹੀਂ, ਅਸੀਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਵਿੱਚ ਪੂਰੀ ਜੀ ਜਾਨ ਦੇ ਨਾਲ ਕੰਮ ਕਰ ਰਹੇ ਹਾਂ। ਠੀਕ ਹੈ। ਮੈਨੂੰ ਪੰਜਾਬ ਵਾਸਤੇ ਦਰਦ ਆ, ਮੈਨੂੰ ਪੰਜਾਬ ਦੀ ਜਵਾਨੀ ਵਾਸਤੇ ਮੇਰੇ ਮਨ 'ਚ ਬਹੁਤ ਦਰਦ ਆ। ਮੈਂ ਇਹ ਮਹਿਸੂਸ ਕਰਦਾ, ਮੇਰੇ ਆਪਣੇ ਵੀ ਬੱਚੇ ਨੇ, ਪੰਜਾਬ ਦੇ ਜਿਹੜੇ ਦੂਜੇ ਬੱਚੇ ਨੇ ਉਹ ਵੀ ਸਾਡੇ ਬੱਚਿਆਂ ਵਰਗੇ ਨੇ। ਅੱਜ ਸਾਡੇ ਬੱਚਿਆਂ ਦਾ ਭਵਿੱਖ ਬੜਾ ਧੁੰਦਲਾ ਹੁੰਦਾ ਜਾ ਰਿਹਾ। ਅੱਜ ਜੇ ਤੁਸੀਂ ਕਿਸੇ ਸਕੂਲ ਦੀ 10ਵੀਂ ਜਾਂ 11ਵੀਂ ਕਲਾਸ ਦੇ ਵਿੱਚ ਸਕੂਲ ਦੀ ਕਲਾਸ ਵਿੱਚ ਖੜੇ ਹੋ ਕੇ ਪੁੱਛੋ ਵੀ ਬੱਚੋ ਤੁਸੀਂ ਕੀ ਕਰਨਾ, ਕੈਨੇਡਾ ਜਾਣਾ, 90% ਬੱਚੇ ਉੱਠ ਕੇ ਕਹਿਣਗੇ ਅਸੀਂ ਬਾਹਰ ਜਾਣਾ ਜਾਂ ਕੈਨੇਡਾ ਜਾਣਾ। ਉਹਦੇ 90 ਵਿੱਚੋਂ ਫਿਰ 90% ਦਾ ਕੈਨੇਡਾ ਹੋਏਗਾ, ਬਾਕੀ ਕਿਧਰੇ ਸ਼ਾਇਦ ਹੋਰ ਹੋ ਸਕਦਾ। ਜਿਹੜੀ ਇਹ ਰੁਝਾਨ ਹੈ ਬਹੁਤ ਗਲਤ ਰੁਝਾਨ ਹੈ। ਇਹਦੇ ਲਈ ਦੋਸ਼ੀ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਵੀ ਨੇ ਤੇ ਸਰ ਸੁਖਬੀਰ ਸਿੰਘ ਬਾਦਲ ਵੀ ਨੇ, ਕਿਉਂਕਿ ਇਹਨਾਂ ਨੇ ਜਵਾਨੀ ਨੂੰ ਸੰਭਾਲਣ ਲਈ ਕੋਈ ਉਪਰਾਲਾ ਨਹੀਂ ਕੀਤਾ। ਪਿਛਲੇ 25 ਸਾਲ ਤੋਂ ਸਰਕਾਰਾਂ ਜਿਹੜੀਆਂ ਨੇ ਜਾਂ ਸਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਰਹੀ ਆ। ਮੈਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤਾਂ ਕਹਿੰਦਾ ਕਿਉਂਕਿ ਵੱਡੇ ਬਾਦਲ ਸਾਹਿਬ ਤਾਂ ਉਹਨਾਂ ਨੇ ਕਮਾਨ ਜਿਹੜੀ ਸੀ ਸੁਖਬੀਰ ਸਿੰਘ ਬਾਦਲ ਨੂੰ ਸੰਭਾਲ ਦਿੱਤੀ ਸੀ, ਭਾਵੇਂ ਉਹ ਮੁੱਖ ਮੰਤਰੀ ਆਪ ਹੀ ਸੀਗੇ, ਤੇ ਜਾਂ ਕੈਪਟਨ ਅਮਰਿੰਦਰ ਸਿੰਘ ਰਹੇ ਨੇ। ਤੇ ਕੈਪਟਨ ਅਮਰਿੰਦਰ ਸਿੰਘ ਹੋਣੀ ਤਾਂ ਇਹ ਹਾਲ ਆ ਵੀ ਗੁਟਕਾ ਸਾਹਿਬ ਹੱਥੇ ਫੜ ਕੇ ਸਹੁੰ ਖਾ ਲਈ, ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰਗਾ। ਤੇ ਨਸ਼ਾ ਤਾਂ ਕੀ ਖਤਮ ਹੋਣਾ ਸੀ, ਹਾਂ ਜਵਾਨੀ ਜ਼ਰੂਰ ਖਤਮ ਹੋ ਰਹੀ ਹੈ ਪੰਜਾਬ ਦੀ। ਪੰਜਾਬ ਦੀ ਜਵਾਨੀ ਜਾਂ ਨਸ਼ਿਆਂ 'ਚ ਗਰਕ ਹੋ ਰਹੀ ਹੈ ਤੇ ਜਾਂ ਬਾਹਰ ਜਾ ਰਹੀ ਆ। ਅੱਜ ਪੰਜਾਬ ਦੇ ਵਿੱਚ ਤੁਹਾਨੂੰ ਯੂਥ ਬਹੁਤ ਘੱਟ ਮਿਲੇਗਾ ਤੇ ਬਹੁਤੇ ਪੇਰੈਂਟਸ ਅੱਜ ਇਸ ਗੱਲ ਦੇ
ਉਹਨਾਂ ਦੇ ਮਨ ਦੇ ਵਿੱਚ ਇੱਕ ਦੁੱਖ ਵੀ ਹੈ ਤੇ ਇੱਕ ਤਸੱਲੀ ਵੀ ਹੈ। ਦੁੱਖ ਇਸ ਗੱਲ ਦਾ ਵੀ ਜਦੋਂ ਜਵਾਨ ਬੱਚਾ ਮਾਂ ਪਿਓ ਨੂੰ ਛੱਡ ਕੇ ਬਾਹਰ ਜਾਂਦਾ ਤੇ ਮਾਂ ਪਿਓ ਨੂੰ ਬੜੀ ਤਕਲੀਫ ਹੁੰਦੀ ਹੈ, ਪਰ ਤਸੱਲੀ ਇਸ ਗੱਲ ਦੀ ਹੈ ਉਹ ਇਹ ਸੋਚਦੇ ਨੇ ਸ਼ਾਇਦ ਇਹ ਨਸ਼ਿਆਂ ਦੇ ਦਰਿਆ ਵਿੱਚੋਂ ਨਿਕਲ ਕੇ ਬਾਹਰ ਇੱਕ ਸੇਫ ਜਗ੍ਹਾ ਤੇ ਪਹੁੰਚ ਗਿਆ ਤੇ ਭਾਵੇਂ ਸਾਡੀ ਸੇਵਾ ਨਹੀਂ ਕਰੇਗਾ ਪਰ ਉਹ ਘੱਟੋ ਘੱਟ ਆਪ ਤਾਂ Settled ਹੋ ਜਾਏਗਾ। ਚੰਗੇ ਮਾਹੌਲ 'ਚ ਸੈਟਲ ਹੋ ਜਾਏਗਾ। ਇੱਕ ਤੁਸੀਂ ਦੱਸ ਰਹੇ ਸੀ ਆਪਣੀ ਪ੍ਰੈਸ ਕਾਨਫਰੰਸ ਦੇ ਦੌਰਾਨ ਕਿ ਬਈ ਐਸਜੀਪੀਸੀ ਦੇ ਇਲੈਕਸ਼ਨ ਵੀ ਲੜਨੇ ਹੈਗੇ ਆ, ਇਦਾਂ ਦੀ ਵੀ ਨਹੀਂ, ਤਿਆਰੀ ਐਸਜੀਪੀਸੀ ਦੇ ਲੜਨੇ ਸਾਡੀ ਪਾਰਟੀ ਨੇ ਲੜਨੇ, ਮੈਂ ਆਪ ਤਾਂ ਨਹੀਂ ਲੜਨੇ। ਪਾਰਟੀ ਨੇ ਲੜੀ? ਅਸੀਂ ਕਿਉਂਕਿ ਜੇ ਮੈਂ ਪਾਰਟੀ ਦਾ ਸੇਵਾਦਾਰ ਹਾਂ ਤੇ ਐਸਜੀਪੀਸੀ ਦੇ ਇਲੈਕਸ਼ਨ ਲੜਾਉਣ ਦੀ ਸਾਡੀ ਜ਼ਿੰਮੇਵਾਰੀ ਬਣੇਗੀ। ਅਸੀਂ ਹੁਣ ਉਹਦੇ ਵਾਸਤੇ ਤਿਆਰੀ ਕਰ ਰਹੇ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਰ ਸੁਖਦੇਵ ਸਿੰਘ ਢੀਂਡਸਾ ਜੀ ਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਇਹ ਫੈਸਲਾ ਕੀਤਾ ਸੀ ਵੀ ਅਸੀਂ ਪੰਜਾਬ ਦੇ ਵਿੱਚ 3-4 ਸੈਮੀਨਾਰ ਕਰਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਿੰਗ ਦੇ ਸੰਬੰਧ ਵਿੱਚ, ਕਿਉਂਕਿ 15 ਨਵੰਬਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੇ 100 ਸਾਲ ਹੋ ਗਏ ਨੇ। ਓਕੇ। ਮੈਨੇਜਮੈਂਟ ਕਿਉਂਕਿ ਅਕਾਲੀ ਦਲ ਬਾਦਲ ਕੋਲ ਆ, ਉਹ ਇਹਦੀ ਆਪਣੇ ਤੌਰ ਤੇ ਸ਼ਤਾਬਦੀ ਮਨਾ ਰਹੇ ਨੇ। ਉਹਨਾਂ ਨੇ ਠੀਕ ਹੈ ਕੋਈ ਜੋ ਉਹਨਾਂ ਨੇ ਆਪਣੇ ਕੋਈ ਫੰਕਸ਼ਨ ਕਰ ਲਏ ਨੇ, ਪਰ ਉਹਨਾਂ ਨੇ ਕੋਈ ਉਸਾਰੂ ਰੂਪ ਵਾਲਾ ਕੋਈ ਇਦਾਂ ਦਾ ਫੰਕਸ਼ਨ ਨਹੀਂ ਕੀਤਾ ਜਿਹਦੇ ਨਾਲ ਸਿੱਖ ਕੌਮ ਨੂੰ ਕੋਈ ਉਹ ਇਹਦੀ 100 ਸਾਲਾ ਸ਼ਤਾਬਦੀ ਮਨਾਉਣ ਦੇ ਲਈ ਸੇਧ ਦੇ ਸਕਣ ਜਾਂ ਕੋਈ ਇਦਾਂ ਦਾ ਕੰਮ ਕਰ ਸਕਣ ਜਿਹੜਾ ਕਿ ਲੋਕ ਸਦੀਆਂ ਤੱਕ ਯਾਦ ਰੱਖਣ। ਪਰ ਅਸੀਂ ਕਿਉਂਕਿ ਸਾਡੇ ਕੋਲ ਮੈਨੇਜਮੈਂਟ ਨਹੀਂ ਹੈ ਸਾਡੀ ਪਾਰਟੀ ਕੋਲ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਬੰਧ ਵਿੱਚ ਸੈਮੀਨਾਰ ਕਰਵਾ ਰਹੇ ਹਾਂ ਜਿੰਦੇ ਵਿੱਚ ਅਸੀਂ ਸਿੱਖ ਕੌਮ ਦੇ ਵਿਦਵਾਨਾਂ ਨੂੰ ਬੁਲਾਇਆ। 3-4 ਵਿਦਵਾਨ ਇੱਥੇ ਬੁਲਾਏ ਨੇ ਜਲੰਧਰ 'ਚ, ਬਾਕੀ ਅਸੀਂ ਹੋ ਸਕਿਆ ਤਾਂ ਦੂਜੇ ਸ਼ਹਿਰਾਂ 'ਚ ਵੀ ਬੁਲਾਵਾਂਗੇ। ਉਹਨਾਂ ਵਿਦਵਾਨਾਂ ਕੋਲੋਂ ਅਸੀਂ ਇਹ ਸੇਧ ਲੈਣੀ ਆ। ਉਹਨਾਂ ਵਿਦਵਾਨਾਂ ਨੂੰ ਬੁਲਾਉਣ ਦਾ ਮਤਲਬ ਇਹ ਹੈ ਵੀ ਉਹ ਜਦੋਂ ਆਪਣੀ ਪਰਚਾ ਪੜ੍ਹਨਗੇ ਉਹਦੇ ਨਾਲ ਸਮਾਜ ਦੇ ਵਿੱਚ ਇੱਕ ਮੈਸੇਜ ਜਾਏਗਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਾਸਟ 'ਚ ਵਰਕਿੰਗ ਕੀ ਰਹੀ ਆ, ਉਹਦੀ ਵਰਕਿੰਗ ਕੀ ਹੋਣੀ ਚਾਹੀਦੀ ਸੀ ਤੇ ਅੱਗੋਂ ਵਰਕਿੰਗ ਕੀ ਹੋਣੀ ਚਾਹੀਦੀ ਆ। ਕਿਉਂਕਿ ਮੈਂ ਮਹਿਸੂਸ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ 100 ਸਾਲ ਦੇ ਸਫ਼ਰ ਦੇ ਵਿੱਚ ਗੁਰਦੁਆਰਾ ਸਾਹਿਬਾਨ ਸਾਡੇ ਬਹੁਤ ਬਣ ਗਏ ਨੇ। ਉਹਨਾਂ ਨੇ ਸਿੱਖ ਬੱਚਿਆਂ ਦੀ ਪੜ੍ਹਾਈ ਵਾਸਤੇ ਜਾਂ ਸਿੱਖ ਭਰਾਵਾਂ ਵਾਸਤੇ, ਮਤਲਬ ਮੈਂ ਕਹਾਂਗਾ ਪੰਜਾਬੀਆਂ ਵਾਸਤੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਸਿੱਖ ਧਰਮ ਨਾਲ ਜੁੜੀ ਹੋਈ ਆ ਤਾਂ ਉਹਦੀ ਸੇਵਾ ਸਾਰੇ ਪੰਜਾਬ ਦੀ ਉਹਨੇ ਕਰਨੀ ਆ, ਇਕੱਲੇ ਸਿੱਖਾਂ ਦੀ ਨਹੀਂ ਕਰਨੀ। ਉਹਨਾਂ ਨੇ ਪੰਜਾਬ ਵਾਸਤੇ ਕੋਈ ਬਹੁਤ ਵੱਡੇ ਉਪਰਾਲੇ ਨਹੀਂ ਕੀਤੇ, ਕਿਉਂਕਿ ਇੱਕ ਟਾਈਮ ਹੁੰਦਾ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਸੀ ਉਹ ਪੰਜਾਬ ਸਰਕਾਰ ਦੇ ਬਜਟ ਤੋਂ ਵੱਧ ਹੁੰਦਾ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਪਛੜ ਗਈ। ਉਹਨੇ ਉਨੀਆਂ ਵੱਡੀਆਂ, ਠੀਕ ਹੈ 2-4-5 ਇੰਸਟੀਚਿਊਟਸ ਇਸ ਵੇਲੇ ਵੱਡੀਆਂ ਹੈਗੀਆਂ ਨੇ ਉਹਨਾਂ ਦੀਆਂ, ਪਰ ਉਨੀਆਂ ਵੱਡੀਆਂ ਇੰਸਟੀਚਿਊਟਸ ਨਹੀਂ ਬਣਾਈਆਂ ਜਿੰਨੀਆਂ ਵੱਡੀਆਂ ਇੰਸਟੀਚਿਊਟਸ ਚਾਹੇ ਉਹ ਧਾਰਮਿਕ ਤੌਰ ਐਜੂਕੇਸ਼ਨਲ ਪਰਪਸ ਲਈ ਸੀ ਤੇ ਚਾਹੇ ਉਹ ਹੈਲਥ ਸਿਸਟਮ ਵਾਸਤੇ ਸੀ। ਉਨੀਆਂ ਵੱਡੀਆਂ ਇੰਸਟੀਚਿਊਟਸ ਨਹੀਂ ਬਣੀਆਂ। ਮੈਂ ਤਾਂ ਇਹ ਸੋਚਦਾ ਵੀ ਹਰ ਸ਼ਹਿਰ ਦੇ ਵਿੱਚ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵਧੀਆ ਕਾਲਜ, ਇੱਕ ਬਹੁਤ ਵਧੀਆ ਸਕੂਲ ਤੇ ਇੱਕ ਬਹੁਤ ਵਧੀਆ ਹਸਪਤਾਲ ਘੱਟੋ ਘੱਟ ਹਰ ਸ਼ਹਿਰ ਦੇ ਵਿੱਚ ਨਹੀਂ ਹਰ ਕਸਬੇ 'ਚ ਹੋਣਾ ਚਾਹੀਦਾ। ਮੈਨੂੰ ਯਾਦ ਆ ਮੇਰੇ ਬੱਚੇ ਜਦੋਂ ਸਕੂਲ 'ਚ ਦਾਖਲ ਹੋਏ ਸੀ, ਬਹੁਤ ਪੁਰਾਣੀ ਗੱਲ ਹੈ, 22 ਸਾਲ 24 ਸਾਲ ਪੁਰਾਣੀ ਗੱਲ ਹੋਣੀ ਆ, ਤਾਂ ਉਹ ਕਨਵੈਂਟ ਸਕੂਲ 'ਚ ਪੜ੍ਹਦੇ ਸੀ। ਮੇਰੇ ਘਰ ਇੱਥੇ ਟੌਹਰਾ ਸਾਹਿਬ ਆਏ ਤੇ ਸਾਡੇ ਇੱਕ ਸਾਥੀ ਨੇ ਜਾਣ ਕੇ ਟੌਹਰਾ ਸਾਹਿਬ ਦੇ ਸਾਹਮਣੇ ਪੁੱਛਿਆ ਵੀ ਚੰਨੀ ਜੀ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਨੇ। ਉਹਨੇ ਤਾਂ ਮੈਨੂੰ ਹਿਊਮਿਲੇਟ ਕਰਨ ਲਈ ਪੁੱਛਿਆ ਵੀ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਨੇ, ਤੇ ਮੈਂ ਕਹਾਂਗਾ ਕਨਵੈਂਟ ਸਕੂਲ ਪੜ੍ਹਦੇ ਨੇ ਤੇ ਮੈਨੂੰ ਸ਼ਰਮ ਮਹਿਸੂਸ ਹੋਏਗੀ। ਪਰ ਮੈਂ ਉਹਨੂੰ ਕਿਹਾ ਜੀ ਮੇਰੇ ਬੱਚੇ ਤਾਂ ਪੜ੍ਹਦੇ ਕਨਵੈਂਟ ਸਕੂਲ 'ਚ, ਪਰ ਇਹ ਕਸੂਰ ਜਿਹੜਾ ਨਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਅਕਾਲੀ ਦਲ ਦਾ, ਕਿਉਂਕਿ ਮੈਂ ਬੱਚੇ ਪੜ੍ਹਾਉਣੇ ਨੇ ਆਪਣੇ ਨੇ ਵਧੀਆ ਸਕੂਲ 'ਚ, ਤੇ ਵਧੀਆ ਸਕੂਲ ਜਿਹੜੇ ਨੇ ਅੱਜ ਕ੍ਰਿਸਚੀਅਨਸ ਪ੍ਰੋਵਾਈਡ ਕਰ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਉਹ ਲੀਡ ਲੈਂਦੀ ਵੀ ਸਭ ਤੋਂ ਵਧੀਆ ਸਕੂਲ ਜਿਹੜੇ ਸ਼ਹਿਰਾਂ 'ਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਣ, ਸਾਰਿਆਂ ਤੋਂ ਵਧੀਆ ਹਸਪਤਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ 'ਚ ਹੋਣ, ਕਿਉਂ ਨਹੀਂ ਹੋਣ? 100 ਸਾਲ ਦਾ ਸਫ਼ਰ ਥੋੜ੍ਹਾ ਨਹੀਂ ਹੁੰਦਾ।
ਇਹ ਹੋ ਸਕਦਾ ਸੀ, ਪਰ ਜਦੋਂ ਪੋਲੀਟੀਕਲ ਆਗੂ ਅੱਗੇ ਆ ਜਾਂਦੇ ਨੇ ਤੇ ਕੰਮ ਰੁਕ ਜਾਂਦਾ ਵਾ। ਦੇਖੋ ਪੋਲੀਟੀਕਲ ਆਗੂ ਤਾਂ ਦੇਖੋ, ਆਗੂ ਤਾਂ ਜਦੋਂ ਆਉਣਗੇ ਉਹ ਤਾਂ ਕੋਈ ਨਾ ਕੋਈ ਤਾਂ ਆਗੂ ਆਏਗਾ, ਬਿਲਕੁਲ ਪਰ ਉਹਨਾਂ ਆਗੂਆਂ ਦੀ ਜਿਹੜੀ ਹੈ ਨਾ ਜ਼ਿੰਮੇਵਾਰੀ ਜੋ ਉਹਨਾਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਉਹ ਜਨਤਾ ਦਾ ਸੋਚਣ। ਜਨਤਾ ਦਾ ਸੋਚੋ। ਇੱਥੇ ਬਹੁਤੇ ਜਿਹੜੇ ਆਗੂ ਨੇ ਨਾ ਉਹ ਆਪਣੇ ਆਪ ਦਾ ਸੋਚਣ ਲੱਗ ਪਏ। ਦੋਸਤੋ, ਇਹ ਸਾਡੇ ਸੀਗੇ ਗੁਰਚਰਨ ਸਿੰਘ ਚੰਨੀ ਜੀ, ਜਲੰਧਰ ਸ਼ਹਿਰ ਦੀ ਬੜੀ ਸੇਵਾ ਕੀਤੀ ਆ। ਅੱਜ ਇਹਨਾਂ ਨਾਲ ਅਸੀਂ ਬੜੇ ਵਿਚਾਰ ਸਾਂਝੇ ਕੀਤੇ ਨੇ। ਉਮੀਦ ਆ ਆਉਣ ਵਾਲੇ ਟਾਈਮ ਦੇ ਵਿੱਚ SGPC ਨਾਲ ਸੰਬੰਧਿਤ ਜਾਂ ਅਕਾਲੀ ਦਲ ਡੈਮੋਕ੍ਰੈਟਿਕ ਨਾਲ ਸੰਬੰਧਿਤ ਇਹ ਕੁਝ ਨਵਾਂ ਕਰਨ ਵਾਲੇ ਹੈਗੇ ਨੇ। ਜੋਸ਼ ਇਹਨਾਂ ਦਾ ਦੇਖਣ ਵਾਲਾ ਹੈਗਾ ਵਾ। ਕੱਲ੍ਹ ਇੱਕ ਸੈਮੀਨਾਰ ਵੀ ਹੈਗਾ KL ਸਹਿਗਲ ਮੈਮੋਰੀਅਲ ਹਾਲ ਦੇ ਵਿੱਚ, ਤੁਸੀਂ ਜ਼ਰੂਰ ਜਾਓ ਔਰ ਚੰਗੇ ਲੋਕਾਂ ਦੇ ਵਿਚਾਰ ਪੜ੍ਹੋ ਤਾਂ ਕਿ ਸਾਨੂੰ ਪਤਾ ਲੱਗੇ। ਤੇ ਮੈਂ ਮਾਨਵਰ ਸੰਦੀਪ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ ਵਾਂ। ਪੋਲ ਖੋਲ TV ਵੱਲੋਂ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ। ਤੇ ਅਗਲੀ ਵਾਰੀ ਇੱਕ ਨਵੀਂ ਸ਼ਖਸੀਅਤ ਨਾਲ ਤੇ ਇੱਕ ਨਵੀਂ ਚਰਚਾ ਨਾਲ ਹਾਜ਼ਰ ਹੋਵਾਂਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।